ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਹਿਕ ਦੇ ਸਿਤਾਰੇ ਕਮਲਪ੍ਰੀਤ ਦੇ ਨਾਲ ਕਮਲਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹੈ ਜੀ ਆਇਆਂ ਨੂੰ ਆਖਦੀ ਹੈ। ਮੈਨੂੰ ਪਤਾ ਤੁਸੀਂ ਇੰਤਜ਼ਾਰ ਕਰਦੇ ਹੋ ਹਰ ਵਾਰ ਕਿ ਕਿਸ ਸਿਤਾਰੇ ਦੇ ਨਾਲ ਤੁਹਾਡੀ ਮੁਲਾਕਾਤ ਕੀਤੀ ਜਾਵੇ, ਕਿਸ ਸਿਤਾਰੇ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਵੇ। ਔਰ ਕਹਿੰਦੇ ਨੇ ਕਿ ਸਿਤਾਰੇ ਜਦੋਂ ਧਰਤੀ ਤੇ ਉਤਰਦੇ ਨੇ ਨਾ ਤਾਂ ਫਿਰ ਆਲੇ ਦੁਆਲੇ ਦੇ ਵਿੱਚ ਰੌਣਕਾਂ ਲਾਉਂਦੇ ਨੇ। ਔਰ ਜਦੋਂ ਅਸੀਂ ਗੱਲ ਕਰਦੇ ਨਾ ਆਪਣੇ ਬਚਪਨ ਦੀਆਂ, ਅਸੀਂ ਖੇਡਾਂ ਖੇਡਦੇ ਹਾਂ ਔਰ ਕਈ ਵਾਰ ਅਸੀਂ ਨਾ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇੱਟਾਂ ਚੱਕ ਕੇ ਦਿਖਾਉਂਦੇ ਹਾਂ, ਦੇਖੋ ਅਸੀਂ ਕਿੰਨਾ ਭਾਰ ਚੱਕ ਲਿਆ ਔਰ ਸਾਡੇ ਡੋਲੇ ਦੇਖੋ। ਫਿਰ ਨਿੱਕੇ ਨਿੱਕੇ ਨਿਆਣਿਆਂ ਦੇ ਡੋਲੇ ਥੋੜੀ ਹੁੰਦੇ, ਡੋਲੀਆਂ ਕਹਿੰਦੇ ਆ ਉਹਨੂੰ, ਹੈ ਨਾ। ਸੋ ਇਹ ਸਭ ਚੀਜ਼ਾਂ ਹੀ ਬਚਪਨ ਦੀਆਂ ਖੇਡਾਂ ਸਾਡੀਆਂ ਸਾਨੂੰ ਯਾਦ ਆਉਂਦੀਆਂ ਨੇ। ਔਰ ਬਚਪਨ ਦੀਆਂ ਜਦੋਂ ਅਸੀਂ ਗੱਲਾਂ ਕਰਦੇ ਹਾਂ ਫਿਰ ਅਸੀਂ ਵੱਡੇ ਹੋ ਜਾਂਦੇ ਹਾਂ। ਖੇਡਾਂ ਨੂੰ ਜ਼ਿੰਦਗੀ ਦੇ ਵਿੱਚ ਕਈ ਲੋਕ ਆਪਣਾ ਪੈਸ਼ਨ ਬਣਾ ਲੈਂਦੇ ਨੇ ਤੇ ਕਈ ਰੁਜ਼ਗਾਰ ਦਾ ਸਾਧਨ ਵੀ ਬਣਾ ਲੈਂਦੇ ਨੇ। ਔਰ ਜਦੋਂ ਅਸੀਂ ਖੇਡਾਂ ਦੀ ਗੱਲ ਕਰਦੇ, ਬਹੁਤ ਸਾਰੀਆਂ ਖੇਡਾਂ ਨੇ। ਮੈਂ ਤਾਂ ਕਹਿੰਦੀ ਚੰਗੀ ਤਕੜੀ ਲਿਸਟ ਹੈਗੀ ਹੈ ਇੱਕ ਸਾਡੇ ਕੋਲ, ਜਿਸ ਦੇ ਵਿੱਚ ਇਨਡੋਰ ਗੇਮਸ ਤੇ ਆਊਟਡੋਰ ਗੇਮਸ ਦੋਨੋਂ ਹੀ ਆਉਂਦੀਆਂ ਨੇ। ਸੋ ਇਹਨਾਂ ਖੇਡਾਂ ਦੇ ਵਿੱਚ ਖੇਡਾਂ ਖੇਡਦੇ ਹੋਇਆਂ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਹਾਂ ਸਾਨੂੰ ਪਤਾ ਹੀ ਨਹੀਂ ਚੱਲਦਾ। ਮੈਨੂੰ ਪਤਾ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਅੱਜ ਅਸੀਂ ਜਿਸ ਖਿਡਾਰੀ ਦੇ ਨਾਲ ਤੁਹਾਡੀ ਮੁਲਾਕਾਤ ਕਰਾਣੀ ਹੈ ਉਹਨਾਂ ਦਾ ਤਾਰੂਫ ਕਰਵਾ ਦਿੰਦੇ ਹਾਂ। ਪਾਵਰ ਲਿਫਟਿੰਗ ਦੇ ਵਿੱਚ ਗੋਲਡ ਮੈਡਲਿਸਟ ਬਲਜੀਤ ਸਿੰਘ, ਔਰ ਜਿਨ੍ਹਾਂ ਨੂੰ ਅਸੀਂ ਗੱਲ ਕਹਿੰਦੇ ਹਾਂ ਕਿ ਇੱਕ ਕੋਚ ਨੇ ਔਰ ਨਾਲ ਦੀ ਨਾਲ ਜਿਮ ਟ੍ਰੇਨਰ ਨੇ। ਔਰ ਜਦੋਂ ਅਸੀਂ ਗੱਲ ਕਰਦੇ ਨਾ 2019 ਦੀ, ਤੇ ਖਿਤਾਬ ਉਹਨਾਂ ਦੇ ਸਿਹਰਾ ਜਿਹੜਾ ਉਹਨਾਂ ਦੇ ਸਿਰ ਵੱਜਿਆ ਸੀ, ਝੋਲੀ ਦੇ ਵਿੱਚ ਪਿਆ ਸੀ। ਔਰ ਇਹ ਸਾਰੀਆਂ ਖੁਸ਼ੀਆਂ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ, ਨਵੀਂ ਪਹਿਚਾਣ ਦਿੱਤੀ। ਸੋ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹਾਲ ਚਾਲ? ਠੀਕ ਠਾਕ? ਬਹੁਤ ਵਧੀਆ ਜੀ, ਫਸਟ ਕਲਾਸ। ਤੁਹਾਡੀ ਫਿਟਨੈਸ ਦੇਖ ਕੇ ਤਾਂ ਸਾਨੂੰ ਆਪਣੇ ਆਪ ਤੇ ਫਿਰ ਹੋਣ ਲੱਗ ਪੈਂਦਾ ਹੈ ਕਿ ਸਾਨੂੰ ਵੀ ਫਿੱਟ ਹੋਣਾ ਚਾਹੀਦਾ ਜੀ। ਜਿਵੇਂ ਅਸੀਂ ਗੱਲ ਕੀਤੀ ਨਾ ਕਿ 2019 ਉਹ ਸਾਲ, ਜਿਸ ਸਾਲ ਦੇ ਵਿੱਚ ਗਲੇ ਦਾ ਹਾਰ ਬਣ ਗਿਆ ਇੱਕ 골ਡ ਮੈਡਲ, ਉਹ ਸਮਾਂ ਕਿਸ ਤਰ੍ਹਾਂ ਸੀ? ਪਾਵਰ ਲਿਫਟਿੰਗ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਨਾਮ ਕਮਾਉਣਾ ਤੇ ਆਪਣੇ ਆਪ ਨੂੰ ਇੱਕ ਉਸ ਪਲੇਟਫਾਰਮ ਤੇ ਪਹੁੰਚਾਉਣਾ, ਬੜੀ ਮਿਹਨਤ ਕੀਤੀ ਹੋਏਗੀ ਨਾ। 2019 ਦਾ ਕਿਹੜਾ ਦਿਨ ਸੀ ਜਦੋਂ ਪਾਵਰ ਲਿਫਟਿੰਗ ਦਾ 골ਡ ਮੈਡਲ ਤੁਹਾਡੇ ਗਲੇ ਦੇ ਵਿੱਚ ਪਿਆ? ਹਾਂਜੀ, ਮੈਂ ਤੁਹਾਨੂੰ ਆਪਣੇ ਸਫ਼ਰ ਨਾਲ ਰੂਬਰੂ ਕਰਾਉਣਾ ਜੀ। ਗੱਲ ਹੈਗੀ ਆ 90 ਦੀ। ਜਦੋਂ 1990 ਦੇ ਵਿੱਚ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਜੀ, ਉਹਦੇ ਵਿੱਚ ਹੋਇਆ ਕਿ ਸਿਹਤ ਮੇਰੀ ਸੁੱਖ ਨਾਲ ਉਨੀ ਕੁ ਸੀਗੀ। ਅੱਛਾ। 52 ਮੀਨਸ 52 ਕਿਲੋ ਭਾਰ ਸੀ ਮੇਰਾ ਆਪਣਾ। ਅੱਛਾ ਜੀ। ਜਦੋਂ ਸਕੂਲ ਦੇ ਵਿੱਚ +1 ਦੇ ਵਿੱਚ ਦਾਖਲਾ ਲਿਆ ਤੇ ਤੁਹਾਨੂੰ ਪਤਾ ਹੀ ਹੈ ਕਿ ਨਾਲ ਦੇ ਮੁੰਡੇ ਕੋਈ ਬਹੁਤ ਤਕੜਾ, ਉਸ ਵੇਲੇ 90 ਦੇ ਵਿੱਚ ਇਹ ਹੁੰਦਾ ਸੀਗਾ ਕਿ ਹਾਂਜੀ ਚੰਗੀਆਂ ਬਾਹਾਂ ਹੋਣ, ਚੰਗਾ ਢਿੱਡ ਹੋਵੇ, ਉਹਨੂੰ ਭਲਵਾਨ ਕਿਹਾ ਜਾਂਦਾ ਸੀ। ਤੇ ਮੈਨੂੰ ਮੀਨਸ ਕਿਸੇ ਨੇ ਇੱਦਾਂ ਛੇੜਤਾ ਵੀ ਹਾਂਜੀ ਇਹ ਆ ਕੀ ਇਹ ਸੁਕੜੂ ਵਰਡ ਯੂਜ਼ ਕੀਤਾ ਗਿਆ ਉਸ ਵੇਲੇ ਤੇ ਉਹ ਮੈਨੂੰ ਬਹੁਤ ਹਰਟ ਹੋਇਆ ਉਹ। ਉਸ ਵੇਲੇ ਮੈਂ ਕੁਛ ਇਹ ਨਹੀਂ ਸੋਚਿਆ ਸੀਗਾ ਕਿ ਮੈਂ ਕੋਈ ਗੇਮ ਕਰਨੀ ਹੈ ਜਾਂ ਪਾਵਰ ਲਿਫਟਿੰਗ ਕਰਨੀ ਹੈ। ਠੀਕ ਹੈ। ਮੇਰੇ ਫਾਦਰ ਸਾਹਿਬ ਜੋ ਕਿ ਰੇਲਵੇ ਵਿੱਚ ਸੀ, ਹਾਂਜੀ, ਤੇ ਇੱਕ ਸਬੱਬ ਬਣਿਆ, ਮੀਨਸ ਵੀ ਰੇਲਵੇ ਨੇ ਇੱਕ ਕਲੱਬ ਖੋਲਿਆ ਉੱਥੇ, ਜਿਹਨੂੰ ਅਸੀਂ ਫਿਟਨੈਸ ਕਲੱਬ ਕਹਿੰਦੇ ਆ। ਅੱਛਾ। ਤੇ ਉਹ ਮੇਰੇ ਲਈ ਇੱਕ ਵਰਦਾਨ ਹੀ ਹੋ ਗਿਆ ਉਹ ਕਿ ਸਿਰਫ 20 ਰੁਪਏ 20 ਰੁਪਏ ਦੇ ਵਿੱਚ ਉਹਦੀ ਫੀਸ ਸੀਗੀ ਪਰ ਮੰਥ। ਅੱਛਾ। ਤੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਮੈਂਬਰ, ਐਜ਼ ਏ ਮੈਂਬਰ। ਬਸ ਉੱਥੋਂ ਇਹੋ ਜਿਹੀ ਲੱਗਣ ਲੱਗੀ ਕਿ ਜ਼ਿੰਦਗੀ ਚੱਲਦੀ ਗਈ, ਲੇਕਿਨ ਕਦੇ ਫਿਟਨੈਸ ਦਾ ਮੈਂ ਉਹ ਮੀਨਸ ਉਹ ਛੱਡਿਆ ਨਹੀਂ, ਦਾਮਨ ਨਹੀਂ ਛੱਡਿਆ ਕਦੇ ਵੀ। ਫਿਰ ਇੱਦਾਂ ਹੀ ਕਰਦੇ ਕਰਦੇ ਜਦੋਂ 1990 ਤੋਂ ਲੈ ਕੇ 95 2000 ਉਹ ਪੀੜ੍ਹੀ ਨਿਕਲਦੀ ਗਈ, ਬਹੁਤ ਸਟਰਗਲ ਕੀਤਾ, ਬਹੁਤ ਸਾਰੇ ਕੰਮ ਕੀਤੇ ਜੀ। ਉਦੋਂ ਇਸ ਦਰਮਿਆਨ ਹੋਇਆ ਕਿ ਜਿਹੜੇ ਮੇਰੇ ਕੰਮ ਸੀਗੇ, ਕੰਮ ਦੇ ਨਾਲ ਇੱਕ ਪੈਸ਼ਨ ਸੀ ਕਿ ਜਿਮ ਨਹੀਂ ਛੱਡਣਾ। ਅੱਛਾ। ਮੀਨਸ ਜਿਮ ਦਾ ਇੰਨਾ ਕੁ ਸ਼ੌਂਕ ਪੈ ਗਿਆ। 94 ਦੇ ਵਿੱਚ ਮੈਂ ਫਸਟ ਕੰਪੀਟੀਸ਼ਨ ਲੜਿਆ ਬਾਡੀ ਬਿਲਡਿੰਗ ਦਾ। ਅੱਛਾ, 94 ਚ? ਹਾਂਜੀ, 1994 ਚ। ਉਸ ਵੇਲੇ ਕੋਈ ਇੰਨਾ ਮੀਨਸ ਬਾਡੀ ਬਿਲਡਿੰਗ ਸਟਾਰਟਿੰਗ ਸੀ ਸਮਝ ਲਓ। ਅੱਛਾ। ਤੇ ਉਹਨਾਂ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਹੀ ਮੈਨੂੰ ਮੌਕਾ ਮਿਲਿਆ। ਓਕੇ। ਮੈਂ ਪਾਰਟਿਸਿਪੇਟ ਕੀਤਾ ਉਹਦੇ ਚ। ਚਲੋ ਮੇਰੀ ਜਿਹੜੀ ਆ 3rd ਪੋਜੀਸ਼ਨ ਆਈ ਉਸ ਵੇਲੇ। ਅੱਛਾ। ਹਾਂਜੀ। ਫਿਰ 95 ਚ ਕੀਤਾ ਸੈਕੰਡ ਟਾਈਮ, ਉਸ ਵੇਲੇ 2nd ਪੋਜੀਸ਼ਨ ਆਈ। ਲੇਕਿਨ ਮੈਨੂੰ ਇਦਾਂ ਲੱਗਿਆ ਕਿ ਥੋੜੀ ਜਿਹੀ ਨਾ ਪਾਰਸ਼ੈਲਿਟੀ ਹੁੰਦੀ ਹੈ ਜਿਮ ਦੇ ਵਿੱਚ। ਅੱਛਾ। ਹਾਂ। ਤੇ ਮੇਰਾ ਉਸ ਵੇਲੇ ਮਨ ਜਿਹਾ ਟੁੱਟ ਗਿਆ ਵੀ ਮੈਂ ਹੁਣ ਨਾ ਬਾਡੀ ਬਿਲਡਿੰਗ ਨਹੀਂ ਕਰਨੀ। ਅੱਛਾ, ਇਦਾਂ ਦਾ ਮੋੜ ਵੀ ਆ ਗਿਆ ਜਿੱਥੇ ਮਨ ਬਿਲਕੁਲ ਟੁੱਟ ਗਿਆ। ਹਾਂ, ਮੀਨਸ ਜਿੱਦਾਂ ਜਿਹੜੇ ਸਾਡੇ ਉਸ ਵੇਲੇ, ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ,
ਕਿ ਉਸ ਵੇਲੇ ਇਹ ਲੱਗਿਆ ਵੀ ਹਾਂ ਜਿਹੜੀ ਮੇਰੀ ਪੋਜੀਸ਼ਨ ਬਣਦੀ ਸੀ ਉਹ ਫਸਟ ਬਣਦੀ ਸੀ। ਅੱਛਾ। ਤੇ ਲੇਕਿਨ ਚਲੋ ਐਨੀ ਹਾਊ ਮੀਨਸ ਮੈਂ ਉਸ ਚੀਜ਼ ਨੂੰ ਦਿਮਾਗ ਦੇ ਵਿੱਚੋਂ ਹੀ ਕੱਢਤਾ ਅੱਛਾ ਕਿ ਕੰਪੀਟੀਸ਼ਨ ਨਹੀਂ ਲੜਨਾ, ਫਿਟਨੈਸ ਬਣਾਈ ਰੱਖਣੀ ਹੈ। ਓਕੇ। ਫਿਰ ਮੈਂ ਕੰਮ ਕਰਦਾ ਗਿਆ, ਆਪਣੀ ਸਟੱਡੀ ਕੀਤੀ। ਸਟੱਡੀ ਕਰਨ ਤੋਂ ਬਾਅਦ ਮੈਂ ਕੰਪਿਊਟਰ ਦੇ ਵਿੱਚ ਡਿਪਲੋਮਾ ਕੀਤਾ। ਓਕੇ। ਡਿਪਲੋਮਾ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਕੰਪਿਊਟਰ ਸੈਂਟਰ ਖੋਲ੍ਹਿਆ। ਅੱਛਾ। ਹਾਂਜੀ, ਫਿਰੋਜ਼ਪੁਰ ਦੇ ਵਿੱਚ ਹੱਲੇ ਵੀ ਉਹ ਸੈਂਟਰ ਜਿਹੜਾ ਉਹ ਰਨ ਹੋ ਰਿਹਾ। ਅੱਛਾ, ਕੀ ਬਾਤ ਹੈ, ਕੀ ਬਾਤ ਹੈ। ਜਦੋਂ ਫਿਰੋਜ਼ਪੁਰ ਨੂੰ ਜਾਂਦੇ ਹੋਗੇ ਫਿਰ ਤਾਂ ਮਨ ਦੇ ਵਿੱਚ ਆਉਂਦਾ ਹੀ ਹੋਣਾ ਕਿ ਮੇਰੀ ਪਹਿਲੀ ਕਮਾਈ ਦਾ ਇਹ ਉਹ ਸਥਾਨ ਹੈ ਨਾ। ਬਿਲਕੁਲ ਬਿਲਕੁਲ। ਹਾਂ। ਤੇ ਉਹ ਸੈਂਟਰ ਹੱਲੇ ਵੀ ਮੇਰਾ ਮੀਨਸ ਮੈਂ ਉਸ ਵੇਲੇ ਉਹ ਛੱਡ ਦਿੱਤਾ ਸੀ ਸੈਂਟਰ। ਅੱਛਾ ਜੀ। 2002 ਦੇ ਵਿੱਚ। ਅੱਛਾ ਜੀ। 98 ਤੇ ਸਟਾਰਟ ਕਰਕੇ 2002 ਚ ਛੱਡਤਾ ਸੀਗਾ। ਹਾਂ ਹਾਂ ਹਾਂ। ਕਿਉਂਕਿ ਉਹਦੇ ਚ ਇਹ ਸੀ ਉਸ ਵੇਲੇ ਨਾ, ਜਿਸ ਵੇਲੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਨਵੀਂ ਟੈਕਨੋਲੋਜੀ ਦੇ ਨਾਲ ਜੁੜਿਆ ਜਾਵੇ, ਨਾਲ ਚੱਲਿਆ ਜਾਵੇ। ਸਹੀ ਹੈ, ਬਹੁਤ ਸਹੀ ਗੱਲ ਕਹੀ। ਮੈਂ ਜਿਸ ਤਰ੍ਹਾਂ 74 ਬੋਰਨ ਆ ਤੇ ਅਸੀਂ ਲਾਈਫ ਦੇ ਉਹ ਸਾਰੀਆਂ ਚੀਜ਼ਾਂ ਦੇਖੀਆਂ। ਕੁਝ ਬੱਚੇ ਜਿਹੜੇ ਆ ਹੁਣ ਜਿਹੜੇ 2000 ਦੇ ਨੇੜੇ ਤੇੜੇ ਬਰਥ ਹੈ ਜਿਨ੍ਹਾਂ ਦਾ, ਲੇਕਿਨ ਜਦੋਂ ਅਸੀਂ 74 ਦੇ ਬੋਰਨ ਆ, ਅਸੀਂ ਉਹੀ ਗੱਲ ਆ ਜਿੱਦਾਂ ਹੁਣ ਪੁਰਾਣੀਆਂ ਗੱਲਾਂ ਕਰਦੇ ਆ ਕਿ ਸ਼ਟਰਾਂ ਵਾਲਾ, ਉਹ ਸ਼ਟਰ ਵਾਲਾ ਟੀਵੀ ਉਹਦਾ ਇੱਕ ਅਲੱਗ ਕਰੇਜ਼ ਸੀ। ਠੀਕ ਹੈ, ਰਮਾਇਣ ਮਹਾਭਾਰਤ ਜਾ ਕੇ ਲੋਕਾਂ ਦੇ ਘਰਾਂ ਵਿੱਚ ਦੇਖਣੀ। ਹਾਂਜੀ। ਚਿੱਤਰਹਾਰ ਦੇਖਣਾ। ਠੀਕ ਹੈ, ਤੇ ਉਹੀ ਐਂਟੀਨੇ ਘੁਮਾਉਣੇ ਜਿਹੜੇ ਅੱਜ ਕੱਲ੍ਹ ਗਾਣਿਆਂ ਦੇ ਵਿੱਚ ਗੱਲਾਂ ਚੱਲਦੀਆਂ, ਉਹ ਚੀਜ਼ਾਂ ਮੀਨਸ ਅਸੀਂ ਆਪਣੇ ਹੱਥੀਂ ਅੱਖੀਂ ਦੇਖੀਆਂ ਹੋਈਆਂ। ਉਹ ਐਂਟੀਨੇ ਅਸੀਂ ਖੁਦ ਮੀਨਸ ਜਿੱਦਾਂ ਛੱਤ ਉੱਤੇ ਚੜ੍ਹ ਕੇ ਘੁਮਾ ਕੇ। ਹਾਂਜੀ, ਮਤਲਬ ਬਲਜੀਤ ਜੀ ਉਹ ਸਮਾਂ ਵੀ ਸੀ ਜਦੋਂ ਤੁਹਾਡੇ ਕੋਲ ਕੋਈ ਇੱਦਾਂ ਦਾ ਸਾਧਨ ਨਹੀਂ ਸੀਗਾ ਜਿੱਥੇ ਆਪਣੇ ਆਪ ਨੂੰ ਤੁਸੀਂ ਮੋਟੀਵੇਟ ਕਰ ਸਕੋ ਜਾਂ ਤੁਹਾਨੂੰ ਆਪਣੇ ਆਪ ਹੀ ਬਿਲਡ ਕਰ ਸਕੋ ਕਿ ਮੈਂ ਇਹ ਲਾਈਨ ਨੂੰ ਚੂਜ਼ ਕੀਤਾ ਤੇ ਮੈਨੂੰ ਮੇਰੇ ਕੋਚ ਮਿਲਣ, ਮੈਨੂੰ ਆ ਸਭ ਲੋਕੀ ਜਿਹੜੇ ਟ੍ਰੇਨਰ ਨੇ ਜਿਨ੍ਹਾਂ ਨੂੰ ਅਸੀਂ ਅੱਜ ਕਹਿੰਦੇ ਆ, ਤੁਸੀਂ ਵੀ ਖੁਦ ਟ੍ਰੇਨਰ ਹੋ, ਤੇ ਇਹ ਮਿਲਣ। ਤੇ ਉਸ ਸਮੇਂ ਆਪਣੇ ਆਪ ਹੀ ਸਭ ਕੁਝ ਇਹ ਕੀਤਾ? ਬਿਲਕੁਲ। ਮੈਂ ਤੁਹਾਨੂੰ ਦੱਸਦਾ, ਗੱਲ ਇਹ ਹੈਗੀ ਆ 87 ਦੀ। ਅੱਛਾ। 87 ਦੇ ਵਿੱਚ ਅਸੀਂ ਮੋਗੇ ਰਹਿੰਦੇ ਸੀ। ਮੇਰੀ ਸਕੂਲਿੰਗ ਜਿਹੜੀ ਆ 1st ਤੋਂ 10th ਤੱਕ ਮੋਗੇ ਦੀ ਹੈ। ਤੇ ਮੋਗੇ ਭੁਪਿੰਦਰਾ ਖਾਲਸਾ ਸਕੂਲ 'ਚ ਮੈਂ ਪੜ੍ਹਦਾ ਸੀ। ਲੇਕਿਨ ਜਦੋਂ ਹੋਇਆ ਕਿ ਜਦੋਂ ਮੀਨਸ ਆਪਾਂ ਦੇਖਦੇ ਨਾ ਕੋਈ ਸਾਡਾ ਇੱਕ ਦੇਖ ਕੇ ਸਾਨੂੰ, ਜਿੱਦਾਂ ਪੁਰਾਣੀਆਂ ਫਿਲਮਾਂ ਦੇ ਵਿੱਚ ਉਸ ਵੇਲੇ ਹੁੰਦਾ ਸੀਗਾ, ਸਨੀ ਦਿਓਲ ਨੂੰ ਦੇਖ ਲਿਆ ਜੋਸ਼ ਆ ਗਿਆ। ਅੱਜ ਕੱਲ੍ਹ ਲੋਕੀ ਸਲਮਾਨ ਖਾਨ ਨੂੰ ਦੇਖਦੇ ਆ। ਤੇ ਉਹ ਜੋਸ਼ ਵਾਲੀਆਂ ਫਿਲਮਾਂ ਦੇਖ ਕੇ, ਪਲੱਸ ਮੇਰਾ ਇੱਕ ਫਰੈਂਡ ਸੀ, ਉਹਦਾ ਬ੍ਰਦਰ ਸੀ ਕਬੱਡੀ ਦਾ ਪਲੇਅਰ। ਅੱਛਾ ਜੀ। ਤੇ ਮੇਰਾ ਜਿੱਦਾਂ ਮੈਂ ਉਦੋਂ 8ਵੀਂ 9ਵੀਂ ਕਲਾਸ ਪੜ੍ਹਦਾ ਸੀਗਾ। ਠੀਕ ਹੈ। ਤੇ ਮੇਰਾ ਉਹਨਾਂ ਦੇ ਘਰੇ ਆਉਣਾ ਜਾਣਾ ਸੀ। ਉਹਦੇ ਬ੍ਰਦਰ ਨੂੰ ਮੈਂ ਦੇਖਦਾ ਸੀ ਵੀ ਉਹ ਕਬੱਡੀ ਦਾ ਪਲੇਅਰ ਸੀ ਤੇ ਉਹਨਾਂ ਨੇ ਆ ਕੇ ਡੰਡ ਬੈਠਕਾਂ ਲਗਾਉਣੀਆਂ, ਡੰਬਲ ਸੀ ਛੋਟੇ ਛੋਟੇ, ਇੱਕ ਸੀ ਮੀਨਸ ਇੱਕ ਤਾਰਾਂ ਵਾਲਾ ਹੁੰਦਾ ਇੱਧਰ, ਉਹਨੂੰ ਖਿੱਚੀਦਾ ਇਸ ਤਰ੍ਹਾਂ। ਅੱਛਾ ਜੀ। ਹਾਂ, ਉਹਦੀਆਂ 'ਚ 3 ਵਾਇਰਸ ਹੁੰਦੀਆਂ, ਸਪਰਿੰਗ ਟਾਈਪ। ਅੱਛਾ ਜੀ। ਤੇ ਉਹਨੇ ਪੈਰ 'ਚ ਫੜ ਲੈਣਾ, ਉਹਨੂੰ ਇਸ ਤਰ੍ਹਾਂ ਡੰਬਲ ਦੇ ਤੌਰ ਤੇ ਯੂਜ਼ ਕਰਨਾ। ਠੀਕ ਹੈ ਨਾ, ਉਹਨੂੰ ਚੈਸਟ ਦੀ ਐਕਸਰਸਾਈਜ਼ ਲਗਾਉਣੀ। ਉਹ ਮੈਂ ਦੇਖਿਆ ਉਹ ਸਾਈਡ ਤੇ ਪਿਆ ਸੀ, ਜੰਗਾਲ ਲੱਗਿਆ ਹੋਇਆ ਸੀ ਉਹਨੂੰ। ਅੱਛਾ, ਮਤਲਬ ਵਰਤੋਂ ਨਹੀਂ ਕਰਦਾ ਸੀ। ਹਾਂ, ਵਰਤੋਂ ਨੂੰ ਮੈਂ ਘੱਟ ਕਰਦਾ ਹੋਏਗਾ, ਉਹਨੇ ਕਰ ਚੁੱਕਿਆ ਹੋਏਗਾ। ਹਾਂਜੀ ਹਾਂਜੀ। ਤੇ ਮੈਂ ਆਪਣੇ ਫਰੈਂਡ ਨੂੰ ਪੁੱਛ ਕੇ ਉਹ ਆਪਣੇ ਘਰੇ ਲੈ ਆਇਆ। ਅੱਛਾ, ਠੀਕ ਹੈ। ਤੇ ਜਦੋਂ ਘਰੇ ਲੈ ਆਇਆ ਤੇ ਮੈਂ ਦੇਖਿਆ ਵੀ ਉਹ ਜਿੱਦਾਂ ਉਹ ਕਰਦਾ ਸੀਗਾ, ਉਹਨੇ ਜਿੱਦਾਂ ਪੁਸ਼ਅਪਸ ਲਗਾਉਣੀਆਂ, ਸਿਟਅਪਸ ਲਗਾਉਣੀਆਂ, ਠੀਕ ਹੈ, ਬਰਪੀਜ਼ ਲਗਾਉਣੀਆਂ, ਜਿਹਨਾਂ ਨੂੰ ਛਪਾਟੇ ਕਹਿ ਦਿੰਦੇ। ਤੇ ਉਹ ਆ ਕੇ ਘਰੇ ਕਰਨਾ ਸ਼ੁਰੂ ਕੀਤਾ। ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਮੇਰਾ ਖੁਦ ਦਾ weight ਉਸ ਵੇਲੇ 50-52 ਕਿਲੋ ਸੀ ਤੇ ਬਾਂਹ ਮੇਰੀ ਜਿਹੜੀ ਸੀਗੀ ਉਹ 9 ਇੰਚ ਡੋਲਾ ਸੀਗਾ ਉਸ ਵੇਲੇ। ਮਤਲਬ ਸ਼ੁਰੂਆਤ 'ਚ ਮੈਂ ਜੋ ਕਿਹਾ ਹੈ ਨਾ ਕਿ ਨਿੱਕੇ ਹੁੰਦੇ ਅਸੀਂ ਆਪਣੇ ਐਵੇਂ ਡੋਲੇ ਦਿਖਾਉਣਾ, ਸਾਡੇ ਡੋਲੇ ਨਹੀਂ ਹੁੰਦੇ, ਡੋਲੀਆਂ ਹੁੰਦੀਆਂ। ਉਹਨਾਂ ਨੂੰ ਦੇਖੀ ਜਾਣਾ। ਤੇ ਉਹ ਬਸ ਉਹ ਕਰਦੇ ਕਰਦੇ ਤੁਹਾਨੂੰ ਦੱਸਿਆ, ਉਸ ਤੋਂ ਬਾਅਦ ਫਾਦਰ ਸਾਹਿਬ ਰੇਲਵੇ ਸੀ, ਉਹਨਾਂ ਦੀ ਟ੍ਰਾਂਸਫਰ ਹੋ ਗਈ ਮੋਗੇ ਤੋਂ ਫਿਰੋਜ਼ਪੁਰ। ਅੱਛਾ ਜੀ। ਤੇ 91 ਦੇ ਵਿੱਚ ਅਸੀਂ ਫਿਰੋਜ਼ਪੁਰ ਗਏ ਤੇ ਉੱਥੇ ਮੈਨੂੰ ਜਿਮ ਮਿਲ ਗਿਆ। ਅੱਛਾ ਜੀ। ਬਸ ਉੱਥੋਂ ਇਹੋ ਜਿਹਾ ਮੀਨਸ ਇੱਕ ਨਸ਼ਾ ਲੱਗ ਗਿਆ ਜਿਹਨੂੰ ਕਹਿ ਦਈਏ, ਕਿਉਂਕਿ ਮੈਂ ਇਹਨੂੰ ਇੱਕ ਤਰ੍ਹਾਂ ਦਾ ਨਾ ਵੀ ਇਹ ਕਹਿੰਦੇ ਐਡਿਕਸ਼ਨ ਆ ਇਹ ਜਿਹੜੀ ਐਕਸਰਸਾਈਜ਼ ਆ ਜਾਂ ਫਿਟਨੈਸ ਆ ਨਾ। ਅਸੀਂ ਹੋਰ ਕਿਤੇ ਵੀ ਜਾਈਏ, ਕਿਸੇ ਵੀ ਚੀਜ਼ ਤੋਂ ਬਿਨਾਂ ਰਹਿ ਲਾਂਗੇ, ਸਭ ਤੋਂ ਪਹਿਲਾਂ ਅਸੀਂ ਜਾ ਕੇ ਦੇਖੀਦਾ ਵੀ ਉੱਥੇ ਸਾਡੇ ਨੇੜੇ ਤੇੜੇ ਕੋਈ ਜਿਮ ਹੈ ਜਾਂ ਕੋਈ ਗਰਾਊਂਡ ਹੈ। ਫਿਰ ਬਸ ਉਹੀ ਗੱਲ ਵੀ ਸਫ਼ਰ ਜ਼ਿੰਦਗੀ ਦਾ ਚੱਲਦਾ ਗਿਆ। ਬੋਡੀ ਬਿਲਡਿੰਗ ਵੀ ਕੀਤੀ, ਲੇਕਿਨ ਉਹਦੇ ਵਿੱਚ ਵੀ ਮੈਨੂੰ ਲੱਗਿਆ ਵੀ ਨਹੀਂ, ਵੀ ਬੋਡੀ ਬਿਲਡਿੰਗ ਦੇ ਵਿੱਚ ਮੈਨੂੰ ਕੋਈ ਕੈਰੀਅਰ ਨਹੀਂ ਹੈਗਾ, ਕਿਉਂਕਿ ਕੁਝ ਘਰ ਦੇ ਫਾਈਨੈਂਸ਼ੀਅਲੀ ਹਾਲਤ ਇਹੋ ਜਿਹੇ ਸੀਗੇ ਕਿ ਉਸ ਵੇਲੇ ਖੁਰਾਕ
ਇੰਨੀ ਨਹੀਂ ਹੁੰਦੀ ਸੀਗੀ, ਉਹ ਚੀਜ਼ਾਂ ਖਾਣ ਨੂੰ ਨਹੀਂ ਸੀ। ਫਿਰ ਜਦੋਂ ਨਾਲ ਦੇ ਨੂੰ ਦੇਖੀ ਉਸ ਵੇਲੇ ਇਹੀ ਸੀਗਾ ਵੀ ਹਾਂਜੀ ਜਿਮ ਕੀਤਾ, ਜਾ ਕੇ ਉੱਥੇ 6 ਕੇਲੇ ਖਾਦੇ, 1 ਗਲਾਸ ਲੱਸੀ ਦਾ ਪੀਤਾ, ਬਸ ਇਹ ਡਾਈਟ ਸੀ ਸਾਡੀ ਉਸ ਵੇਲੇ। ਅੱਛਾ ਠੀਕ ਹੈ। ਤੇ ਜਿੱਦਾਂ ਮੈਂ ਪਹਿਲਾਂ ਵੀ ਜਾਣਨ ਦੀ ਇਹੀ ਕੋਸ਼ਿਸ਼ ਕੀਤੀ ਤੇ ਪਰ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ ਕਿ 2019 ਦਾ ਖਿਤਾਬ ਤੁਹਾਡੇ ਕੋਲ ਗਿਆ, 골ਡ ਮੈਡਲਿਸਟ ਹੋ ਤੁਸੀਂ ਪਾਵਰ ਲਿਫਟਿੰਗ ਦੇ ਵਿੱਚ, ਹੈ ਨਾ। ਇਹ ਸੋਹਣਾ ਵਰਤਾਂਤ ਵੀ ਦੱਸਿਆ ਜਾਵੇ ਸਾਨੂੰ। ਹਾਂਜੀ, ਇਸ ਤਰ੍ਹਾਂ ਹੋਇਆ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਰੇ ਸਫ਼ਰ ਦੇ ਦੌਰਾਨ ਮੈਂ ਜਿਮ ਨਹੀਂ ਛੱਡਿਆ ਕਦੇ ਵੀ। ਅੱਛਾ। ਜਦੋਂ ਮੈਂ ਫਗਵਾੜਾ ਦੇ ਵਿੱਚ ਸ਼ਿਫਟ ਹੋਇਆ 2007 ਦੇ ਵਿੱਚ। ਅੱਛਾ ਜੀ। ਤੇ ਇੱਥੇ ਆ ਕੇ ਮੈਂ ਆਪਣੇ ਕੰਮ ਦੇ ਸਿਲਸਿਲੇ ਵਿੱਚ ਸੇਲ ਪਰਚੇਜ਼ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਫਗਵਾੜੇ ਆਉਣਾ ਕੀ ਸਬਬ ਬਣਿਆ? ਹਾਂ, ਫਗਵਾੜੇ ਆਉਣ ਦਾ ਸਬਬ ਇਹ ਬਣਿਆ ਕਿ ਮੈਂ ਜਿਸ ਵੇਲੇ ਕੰਪਿਊਟਰ ਸੈਂਟਰ ਸੀ ਮੇਰੇ ਕੋਲ, ਹਾਂਜੀ, ਤੇ ਉਹ ਸੈਂਟਰ ਨੂੰ ਮੈਨੂੰ ਇਹ ਲੱਗਿਆ ਕਿ ਹੁਣ ਨਾ ਵੀ ਉਹਦਾ ਕੰਮ ਜਿਹੜਾ ਵਾ ਸੈਂਟਰਸ ਦਾ ਕੰਮ, ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਸੈਂਟਰਸ ਹੋ ਗਏ ਸੀਗੇ। ਅੱਛਾ ਜੀ। ਕੰਪਿਊਟਰ ਸੈਂਟਰਸ, ਉਹ ਸਟੂਡੈਂਟਸ ਵੰਡੇ ਗਏ। ਐਕਚੁਅਲ ਦੇ ਵਿੱਚ ਉਸ ਵੇਲੇ ਜਿਹੜਾ ਪਾਰਟਨਰ ਸੀ ਮੇਰਾ, ਬਿਲਡਿੰਗ ਉਹ ਸਕੂਲ ਸੀ ਉਸ ਸੈਂਟਰ ਦੀ, ਤੇ ਕੰਮ ਇੰਨਾ ਨਹੀਂ ਸੀਗਾ ਵੀ ਅਸੀਂ 2 ਜਣੇ ਕਰ ਸਕੀਏ। ਅੱਛਾ ਜੀ, ਓਕੇ। ਹਾਂ, ਤੇ ਮੈਂ ਕਈ ਵਾਰੀ ਨਾ ਕੁਝ ਕਹਾਵਤਾਂ ਦੇ ਉੱਤੇ ਮੀਨਸ ਕਾਫੀ ਵਿਸ਼ਵਾਸ ਕਰਦਾ ਕਿ ਜਿਹਦੇ ਚ ਇੱਕ ਉਸ ਵੇਲੇ ਇਹ ਦਿਮਾਗ 'ਚ ਘੁੰਮਦੀ ਹੁੰਦੀ ਸੀਗੀ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਨਾ ਤੇ ਉਹਨੂੰ ਛੱਡ ਦੇਣਾ ਚਾਹੀਦਾ। ਬਹੁਤ ਸਹੀ ਹੈ। ਠੀਕ ਹੈ, ਮੀਨਸ ਜ਼ਿਆਦਾਤਰ ਕਿਹਾ ਜਾਂਦਾ ਜਿੱਦਾਂ ਟਾਈਟੈਨਿਕ ਦੇ ਵਿੱਚ ਸੀ ਕਿ ਉਹ ਜਿਹੜਾ ਉਹਦਾ ਸੀਗਾ, ਇਹ ਆਪਾਂ ਨੂੰ ਕਹਿੰਦੇ ਆ ਜਿਹੜਾ ਜਹਾਜ਼ ਚਲਾਉਂਦਾ, ਕੈਪਟਨ ਵੀ ਨਾਲ ਡੁੱਬ ਗਿਆ ਨਾ ਜੀ, ਇਮੋਸ਼ਨਲ ਹੋ ਕੇ। ਹਾਂ, ਤੇ ਬਿਜ਼ਨਸ ਦੇ ਵਿੱਚ ਇਹੋ ਜਿਹੇ ਹਮੇਸ਼ਾ ਹਰ ਬੰਦੇ ਦੇ ਉਤਰਾਅ ਚੜ੍ਹਾਅ ਹੁੰਦੇ ਆ। ਦੁਬਾਰਾ ਤੋਂ ਬੋਲ ਦੋ ਇਹ ਚੀਜ਼। ਹਾਂ, ਚਲੋ ਬੋਲੋ ਦੁਬਾਰਾ ਤੋਂ। ਹਾਂ, ਤੇ ਉਹ ਉਸ ਵੇਲੇ ਇਹ ਹੋਇਆ ਕਿ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਹਮੇਸ਼ਾ ਕੰਮ ਦੇ ਵਿੱਚ, ਕੰਮ ਦੇ ਅਕੋਰਡਿੰਗ ਮੇਰਾ ਇੱਕ ਵਿਚਾਰ ਬਣਦੇ ਰਹੇ ਆ। ਕੁਝ ਗੱਲਾਂ ਨੂੰ ਮੈਂ ਬਹੁਤ ਅਹਿਮੀਅਤ ਦਿੰਦਾ, ਕੁਝ ਵਰਡਸ ਨੂੰ ਬਹੁਤ ਅਹਿਮੀਅਤ ਦਿੰਦਾ, ਜਿਹਦੇ ਵਿੱਚੋਂ ਇੱਕ ਮੈਂ ਗੱਲ ਸੁਣੀ ਸੀ ਕਿ ਡੁੱਬਦਾ ਜਹਾਜ਼ ਜਿਹੜਾ ਉਹ ਛੱਡ ਦੇਣਾ ਚਾਹੀਦਾ। ਅੱਛਾ। ਹੁਣ ਹੋਇਆ ਕਿ ਕਿਉਂਕਿ ਜਦੋਂ ਸੈਂਟਰ ਸੀਗੇ, ਸੈਂਟਰ ਬਹੁਤ ਜ਼ਿਆਦਾ ਹੋ ਗਏ, ਸਟੂਡੈਂਟਸ ਡਿਵਾਈਡ ਹੋ ਗਏ, ਕੰਮ ਘਟ ਗਿਆ, ਤੇ ਮੈਂ ਉਸ ਵੇਲੇ ਇਹੀ ਸੋਚਿਆ ਕਿ ਜਿਹੜਾ ਮੇਰਾ ਪਾਰਟਨਰ ਸੀ, ਮੈਂ ਉਹਨੂੰ ਕਿਹਾ ਵੀ ਤੁਸੀਂ ਇਹ ਸੈਂਟਰ ਸੰਭਾਲੋ, ਮੈਂ ਕੁਝ ਹੋਰ ਦੇਖਦਾ। ਹਾਂਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਦਾ ਜ਼ਿਕਰ ਕਰ ਰਿਹਾ ਸੀ ਕਿ ਮੈਂ ਕੁਝ ਗੱਲਾਂ ਦੇ ਉੱਤੇ, ਕੁਝ ਵਰਡਸ ਦੇ ਉੱਤੇ ਬਹੁਤ ਜ਼ਿਆਦਾ ਉਸ ਚੀਜ਼ ਨੂੰ ਸਮਝਦਾ ਕਿ ਉਹਨਾਂ ਗੱਲਾਂ ਦਾ ਕੋਈ ਤੱਥ ਹੁੰਦਾ ਜਿਹੜੀਆਂ ਕੁਝ ਕਹਾਵਤਾਂ ਬਣੀਆਂ ਹੋਈਆਂ, ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਡੁੱਬਦਾ ਜਹਾਜ਼ ਜਿਹੜਾ ਉਹ ਛੱਡ ਦੇਣਾ ਚਾਹੀਦਾ। ਤੇ ਮੈਂ ਉਸ ਗੱਲ ਤੇ ਬਿਲੀਵ ਕੀਤਾ। ਮੈਨੂੰ ਇਹ ਹੁੰਦਾ ਸੀਗਾ ਕਿ ਕੋਈ ਵੀ ਕੰਮ ਆ, ਅੱਜ ਕੱਲ੍ਹ ਵੀ ਮੈਂ ਸਾਰੇ ਆਪਣੇ ਜਿਹੜੇ ਸੱਜਣ ਮਿੱਤਰ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਬਿਜ਼ਨਸ ਦੇ ਵਿੱਚ ਜਾਂ ਤੁਹਾਡੇ ਕੰਮ ਦੇ ਵਿੱਚ ਘਾਟੇ ਵਾਧੇ, ਉਤਰਾਅ ਚੜਾਅ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਨਾ। ਕਦੇ ਵੀ ਉਹਨੂੰ ਇਹ ਨਾ ਸੋਚੋ ਕਿ ਮੇਰਾ ਕੰਮ ਡਾਊਨ ਹੋ ਗਿਆ ਵੀ ਮੈਂ ਹੁਣ ਕੀ ਕਰਾਂ, ਉਹਨੂੰ ਛੱਡੋ, ਨਵਾਂ ਕੰਮ ਲੱਭੋ। ਠੀਕ ਆ, ਤੁਸੀਂ ਯੰਗ ਆ, ਤੁਸੀਂ ਕਰ ਸਕਦੇ ਆ। ਤੇ ਇਹੀ ਚੀਜ਼ ਸੀ, ਮੈਂ ਉਸ ਵੇਲੇ ਇਹੀ ਚੀਜ਼ ਸੋਚ ਕੇ ਜਦੋਂ ਮੈਂ ਦੇਖਿਆ ਕਿ ਮੇਰਾ ਕੰਪਿਊਟਰ ਸੈਂਟਰ ਮੀਨਸ ਡਾਊਨ ਜਾ ਰਿਹਾ, ਸਟੂਡੈਂਟਸ ਡਿਵਾਈਡ ਹੋ ਗਏ ਆ, ਤੇ ਮੈਂ ਆਪਣੇ ਪਾਰਟਨਰ ਨੂੰ ਕਿਹਾ ਵੀ ਇਹ ਹੁਣ ਤੂੰ ਸੰਭਾਲ, ਮੈਂ ਹੁਣ ਅਗਲੇ ਪਾਸੇ ਜਾਣਾ ਕਿਤੇ। ਠੀਕ ਹੈ, ਉਸ ਵੇਲੇ ਇਹੀ ਹੋਇਆ, ਮੈਂ ਉਹ ਛੱਡਿਆ ਤੇ ਮੈਂ ਨਵੇਂ ਕੰਮ ਦੀ ਭਾਲ ਦੇ ਵਿੱਚ, ਮੇਰਾ ਇੱਕ ਫਰੈਂਡ ਸੀ ਮੋਗੇ, ਮੈਂ ਉਹਦੇ ਕੰਟੈਕਟ 'ਚ ਆਇਆ, ਉਹ ਸੇਲ ਪਰਚੇਜ਼ ਦਾ ਕੰਮ ਕਰਦਾ ਸੀਗਾ। ਆਪਾਂ ਦੱਸ ਰਹੇ ਹਾਂ ਕਿ ਮੈਂ ਫਗਵਾੜੇ ਕਿੱਦਾਂ ਆਇਆ ਨਾ, ਤੇ ਉਹ ਮੋਗੇ ਸੇਲ ਪਰਚੇਜ਼ ਦਾ ਕੰਮ ਕਰਦਾ ਸੀਗਾ, ਤੇ ਉਹਦੇ 'ਚ ਇਹ ਹੁੰਦਾ ਸੀਗਾ ਕਿ ਅਸੀਂ ਸਕੂਟਰ ਤੇ ਮੋਟਰਸਾਈਕਲ ਦੀ ਸੇਲ ਪਰਚੇਜ਼ ਦਾ ਕੰਮ ਕਰਦੇ ਸੀਗੇ, ਪੁਰਾਣੇ ਜਿਹੜੇ ਓਲਡ ਵਹੀਕਲਸ ਹੁੰਦੇ ਆ, ਤੇ ਉਹ ਲੈਣ ਦੇ ਲਈ ਅਸੀਂ ਫਗਵਾੜੇ ਆਉਂਦੇ ਸੀਗੇ। ਫਗਵਾੜੇ ਲਵਲੀ ਆਟੋ ਦਾ ਜਾਂ ਹੋਰ ਜਿਹੜੇ ਸਾਡੇ ਮਕੈਨਿਕਸ ਸੀਗੇ, ਉਹਨਾਂ ਨਾਲ ਉਹ ਕੰਟੈਕਟ ਸੀ। ਮੈਂ ਉਹਦੇ ਨਾਲ ਇੱਕ ਤਰ੍ਹਾਂ ਦਾ ਇੱਕ ਸਾਇਲੈਂਟ ਪਾਰਟਨਰ ਬਣ ਕੇ ਚੱਲਣਾ ਸ਼ੁਰੂ ਕੀਤਾ। ਤੇ ਹੌਲੀ ਹੌਲੀ ਹੋਇਆ ਕਿ ਮੈਂ ਖੁਦ ਇੱਥੇ ਸ਼ਿਫਟ ਹੋ ਗਿਆ। ਮੈਨੂੰ ਇੱਥੋਂ ਦਾ ਫਗਵਾੜੇ ਦਾ ਮਾਹੌਲ ਬਹੁਤ ਵਧੀਆ ਲੱਗਿਆ, ਕਿਉਂਕਿ ਸਾਡੀ ਜਿਹੜੀ ਬੈਲ ਸੀ ਫਿਰੋਜ਼ਪੁਰ ਦੀ, ਉਹ ਥੋੜੀ ਜਿਹੀ ਹਟ ਕੇ ਸੀ, ਇੱਧਰੋਂ ਜਲੰਧਰ, ਫਗਵਾੜਾ, ਚੰਡੀਗੜ੍ਹ ਤੋਂ। ਤੇ ਮੈਂ ਸੋਚਿਆ ਕਿ ਅੱਗੇ ਚਲੋ ਬੱਚਿਆਂ ਨੂੰ ਵੀ ਸੈੱਟ ਕਰਨਾ, ਤੇ ਇਸ ਲਈ ਥੋੜਾ ਜਿਹਾ ਇੱਕ ਇਹੋ ਜਿਹੇ ਸ਼ਹਿਰ 'ਚ ਜਾਇਆ ਜਾਏ ਵੀ ਜਿੱਥੇ ਐਕਸਪਲੋਰ ਜ਼ਿਆਦਾ ਹੋਵੇ ਨਾ। ਤੇ ਮੈਂ ਫਗਵਾੜੇ ਆ ਗਿਆ। ਫਗਵਾੜੇ ਆ ਕੇ ਫਿਰ ਮੈਂ ਸੇਲ ਪਰਚੇਜ਼ ਦਾ ਕੰਮ ਸ਼ੁਰੂ ਕੀਤਾ। ਤੇ ਸਭ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਹਮੇਸ਼ਾ ਜਿਮ ਦੇਖਦਾ। ਅੱਛਾ, ਇੱਥੇ ਵੀ ਜਿਮ ਲੱਭਿਆ ਹੋਣਾ। ਹਾਂ, ਮੈਂ ਮੀਨਸ ਗੇਮ ਨਹੀਂ ਛੱਡੀ ਸੀ, ਤੇ ਮੈਂ ਕਿਉਂਕਿ ਮੈਂ ਫਿਟਨੈਸ ਲਈ ਕਰਦਾ ਸੀਗਾ। ਮੇਰੀ ਗੇਮ ਇਦਾਂ ਨਹੀਂ ਸੀ ਕੋਈ ਮੇਰਾ ਕੋਈ ਏਮ ਸੀਗਾ। ਅੱਛਾ, ਮੈਂ ਫਿਟਨੈਸ ਲਈ ਹਾਂ ਫਿਟ ਰਹਿਣਾ, ਕਿਉਂਕਿ ਜਦੋਂ ਤੁਸੀਂ ਨਾ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਆ ਕਿ ਹਾਂਜੀ ਇੱਕ ਤੁਹਾਨੂੰ ਆਪਣਾ ਅਕਸ ਉਹਦੇ ਵਿੱਚ ਦਿਖਦਾ, ਵੀ ਤੁਹਾਨੂੰ ਲੱਗਦਾ ਕਿ ਹਾਂਜੀ, ਸਾਨੂੰ ਜੋ ਲੱਗਦਾ ਕਿ ਕੁਛ ਚਿਰ ਗੇਮ ਛੱਡੀ ਤੇ ਹਾਂਜੀ ਡੋਲੇ ਘਟ ਗਏ, ਜਾਂ ਆਪਣੇ ਫੇਸ ਦੇ ਉੱਤੇ ਹੀ ਵੀ ਤੁਹਾਨੂੰ ਇਹ ਲੱਗਣ ਲੱਗ ਗਿਆ ਯਾਰ ਅੱਜ ਥੋੜਾ ਵੀਕ ਲੱਗ ਰਿਹਾ।
ਤੇ ਸਾਡੇ ਲਈ ਉਹ ਐਡਿਕਸ਼ਨ ਇਹੋ ਜਿਹੀ ਹੁੰਦੀ ਆ ਕਿ ਅਸੀਂ ਉਹ ਆਪਣੇ ਆਪ ਨੂੰ ਦੇਖ ਕੇ ਹੀ ਮੀਨ ਮੋਟੀਵੇਟ ਸੈਲਫ ਮੋਟੀਵੇਟ ਹੁੰਦੇ ਆ ਕਿ ਹਾਂਜੀ ਅੱਜ ਯਾਰ ਅੱਜ ਲਾਏ ਨਹੀਂ ਸੀਗੇ, ਅੱਜ ਡੋਲੇ ਪੰਪ ਨਹੀਂ ਹੈਗੇ, ਅੱਛਾ ਅੱਜ ਕਿਤੇ ਜਾਣਾ ਸਾਨੂੰ ਜੇ ਕਿਸੇ ਨੇ ਕਹਿਤਾ ਭਾਜੀ ਕੀ ਗੱਲ ਵੀਕ ਲੱਗ ਰਹੇ ਹੋ ਤੇ ਦਵਾ ਦਵ ਕੁਝ ਖਾਣਾ ਦਵਾ ਦਵ ਜਿਮ ਭੱਜਣਾ। ਫਿਰ ਜਦੋਂ ਮੈਂ ਫਗਵਾੜੇ ਆ ਕੇ ਜਿਮ ਜੁਆਇਨ ਕੀਤਾ ਹਾਂਜੀ ਤੇ ਉਸ ਵੇਲੇ ਵੀ ਮੈਂ ਜਦੋਂ ਸੇਲ ਪਰਚੇਜ ਦਾ ਕੰਮ ਵੀ ਨਾਲ ਕਰਦਾ ਸੀਗਾ ਕਿਉਂਕਿ ਮੈਂ ਐਜ਼ ਅ ਸਾਇਲੈਂਟ ਪਾਰਟਨਰ ਕਰਦਾ ਸੀਗਾ ਜੀ ਤੇ ਮੇਰਾ ਪਾਰਟਨਰ ਸੀ ਉਹ ਜ਼ਿਆਦਾ ਕੰਮ ਕਰਦਾ ਸੀ ਤੇ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਫਗਵਾੜੇ 'ਚ ਕੋਈ ਜਿਮ ਖੋਲ੍ਹਾਂ। ਅੱਛਾ ਠੀਕ ਹੈ। ਲੇਕਿਨ ਜਦੋਂ ਮੈਂ ਫਗਵਾੜੇ ਜਿਮ ਖੋਲ੍ਹਣ ਲਈ ਕੋਈ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਗਵਾੜੇ ਦੇ ਵਿੱਚ ਕਿਰਾਏ ਬਹੁਤ ਸੀਗੇ ਜਿਮਾਂ ਦੇ ਤੇ ਮੈਂ ਫਾਈਨੈਂਸ਼ੀਅਲੀ ਇੰਨਾ ਸਟਰੋਂਗ ਨਹੀਂ ਸੀਗਾ ਕਿ ਮੈਂ 50,000 60,000 ਕਿਰਾਇਆ ਭਰ ਸਕਾਂ। ਅੱਛਾ ਇਹ 2007 ਦੀ ਗੱਲ ਹੈ? ਇਹ 2007 ਦੀ ਗੱਲ ਹੈ। ਠੀਕ ਹੈ ਠੀਕ ਹੈ। ਤੇ ਬਸ ਉਸ ਤੋਂ ਬਾਅਦ ਫਿਰ ਮੈਂ ਡਿਪਾਰਟਮੈਂਟਲ ਸਟੋਰ ਖੋਲਿਆ ਅੱਛਾ ਫਗਵਾੜੇ ਦੇ ਵਿੱਚ। ਅੱਛਾ ਇਹ ਵੀ ਕੰਮ ਕੀਤਾ? ਹਾਂਜੀ ਉਸ ਵੇਲੇ ਲੱਗਦਾ ਸੀਗਾ ਕਿ ਵੀ ਕੋਈ ਇਹੋ ਜਿਹਾ ਕੰਮ ਹੋਣਾ ਚਾਹੀਦਾ ਵੀ ਨੱਠ ਭੱਜ ਨਾਲੋਂ ਨਾ ਇੱਕ ਜਗ੍ਹਾ ਬੈਠ ਕੇ ਕੰਮ ਕੀਤਾ ਜਾਏ। ਅੱਛਾ ਤੇ ਵੀ ਹੁਣ ਅੱਗੇ ਜਾ ਕੇ ਕਿੰਨਾ ਕੁ ਭੱਜਾਂਗੇ ਨਾ। ਅਸੀਂ ਤਾਂ ਇਹ ਸੋਚ ਲੈਂਦੇ ਆ ਬਲਜੀਤ ਜੀ ਕਿ ਨੱਠ ਭੱਜ ਲਿਆ ਚਲ ਐਕਸਰਸਾਈਜ਼ ਹੋ ਗਈ। ਹਾਂ ਬਿਲਕੁਲ ਬਿਲਕੁਲ। ਅੱਛਾ ਉਹਦੇ 'ਚ ਹਾਸੇ ਵਾਲੀ ਗੱਲ ਇਹ ਸੀ ਕਿ ਜਦੋਂ ਮੈਂ ਉਹ ਕੰਮ ਡਿਪਾਰਟਮੈਂਟਲ ਸਟੋਰ ਦਾ ਸ਼ੁਰੂ ਕੀਤਾ ਤੇ ਉਹਦੀ ਪਰਚੇਜਿੰਗ ਵੀ ਕਰਨੀ ਹੁੰਦੀ ਸੀ ਜਾ ਕੇ ਤੇ ਮੈਂ ਸਕੂਟਰ ਚੁੱਕਣਾ ਜਾ ਕੇ ਕਰਿਆਨੇ ਵਾਲੀ ਦੁਕਾਨ ਤੇ ਦਾਲਾਂ ਹਾਂਜੀ ਦਾਲਾਂ ਦੇ ਬੋਰੇ ਖੰਡ ਦੇ ਬੋਰੇ ਤੇ ਜਦੋਂ ਮੈਂ ਉਹਨਾਂ ਦੀ ਦੁਕਾਨ ਤੇ ਜਾਣਾ ਤੇ ਉਹਨਾਂ ਨੇ ਮੈਨੂੰ ਅੱਗੇ ਹੱਸਣਾ। ਉਹਨਾਂ ਨੇ ਕਹਿਣਾ ਭਲਵਾਨ ਜੀ ਤੁਸੀਂ ਕਿਹੜੇ ਕੰਮ 'ਚ ਪੈ ਗਏ? ਫਿਰ ਭਲਵਾਨ ਸਾਹਿਬ ਉੱਤੇ ਹੀ 10-10 ਕਿਲੋ 25-25 ਕਿਲੋ ਦੀਆਂ ਬੋਰੀਆਂ ਚੱਕ ਲੈਂਦੇ ਹੋਣੇ ਨਾ। ਬਿਲਕੁਲ ਉਹਨਾਂ ਦੀਆਂ ਉਹ ਐਕਚੁਅਲੀ ਤੁਹਾਡੀ ਇੱਕ ਲੁੱਕ ਇੱਕ ਇਮੇਜ ਬਣ ਜਾਂਦੀ ਹੈ ਨਾ। ਹਾਂਜੀ ਹਾਂਜੀ ਦੇਖਣ ਵਾਲੇ ਇਹਨੂੰ ਭਲਵਾਨ ਕਹਿਣਾ ਸ਼ੁਰੂ ਕਰ ਦਿੰਦਾ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਜਿਮ ਕਰਦਾ ਇਹ ਤੇ ਉਹਨਾਂ ਨੇ ਹੱਸ ਪੈਣਾ। ਤੇ ਮੈਂ ਫਿਰ ਜਦੋਂ ਇੱਥੇ ਆ ਕੇ ਜਿਮ ਜੁਆਇਨ ਕੀਤਾ ਇੱਥੇ 2-3 ਜਿਮ ਮੈਂ ਪਹਿਲਾਂ ਜੁਆਇਨ ਕੀਤੇ ਲੇਕਿਨ ਮੇਰਾ ਕਿਤੇ ਵੀ ਮੈਨੂੰ ਇਹ ਨਹੀਂ ਲੱਗਿਆ ਕਿ ਮੈਨੂੰ ਜਿਮ ਦਾ ਮਾਹੌਲ ਮਿਲ ਰਿਹਾ। ਅੱਛਾ ਕਿਉਂਕਿ ਅੱਜ ਕੱਲ ਹੈ ਕੀ ਆ ਕਿ ਜਿਮ ਦੇ ਨਾਂ ਦੇ ਉੱਤੇ ਨਾ ਵੀ ਬਹੁਤ ਛੋਟੇ ਜਿਮ ਖੁੱਲੇ ਹੋਏ ਆ ਮੀਨਸ ਇੱਕ ਸਮਝ ਲਓ ਵੀ ਕਮਰਸ਼ੀਅਲ ਬਣ ਗਿਆ ਇਹ ਚੀਜ਼ਾਂ ਨਾ। ਮਾਹੌਲ ਕਿਦਾਂ ਦਾ ਚਾਹੀਦਾ ਫਿਰ ਜਿਮ ਲਈ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਲੱਗਾ ਕਿ ਇਹ ਚੀਜ਼ ਨਹੀਂ ਸੀਗੀ ਹੈ ਨਾ ਤੁਹਾਡੇ ਹਿਸਾਬ ਨਾਲ ਕਿਦਾਂ ਦਾ ਮਾਹੌਲ ਹੋਣਾ ਚਾਹੀਦਾ? ਹਾਂਜੀ ਬਿਲਕੁਲ ਉਹਨੂੰ ਉਹੀ ਦੱਸ ਰਿਹਾ ਕਿਉਂਕਿ ਮੈਂ ਜਦੋਂ ਫਿਰੋਜ਼ਪੁਰ ਦੇ ਵਿੱਚ ਸੀ ਉਹ ਸਾਡੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਗਵਰਨਮੈਂਟ ਨੇ ਜਿਮ ਖੋਲਿਆ ਸੀ ਰੇਲਵੇ ਵਾਲਿਆਂ ਨੇ ਉਹਦੇ ਵਿੱਚ ਇੱਕੋ ਗੱਲ ਮੇਨ ਸੀਗੀ ਕਿ ਗਰਾਊਂਡ ਸੀ ਉਹਦੇ ਆਲੇ ਦੁਆਲੇ ਫੁੱਟਬਾਲ ਦੀ। ਅੱਛਾ ਠੀਕ ਹੈ ਤੇ ਉੱਥੇ ਇੱਕ ਉਹਨਾਂ ਨੇ ਛੋਟਾ ਜਿਮ ਸੀ ਚਾਹੇ ਅੱਛਾ ਲੇਕਿਨ ਉਹਦੇ ਨਾਲ ਇੱਕ ਗਰਾਊਂਡ ਸੀ ਅੱਛਾ ਜਿਹਦੇ ਵਿੱਚ ਤੁਸੀਂ ਜਾ ਕੇ ਆਪਣੀਆਂ ਹੋਰ ਐਕਟੀਵਿਟੀਜ਼ ਕਰ ਸਕਦੇ ਆ ਨਾ। ਠੀਕ ਹੈ। ਤੇ ਹੁਣ ਮੈਂ ਜਿਹੜੀ ਅਸੀਂ ਅੱਜ ਕੱਲ ਇਹ ਦੇਖੀਦਾ ਕਿ ਬੱਚੇ ਜਦੋਂ ਨਾ ਜਿਮ ਦੇ ਵਿੱਚ ਕੋਈ ਵੀ ਜਿਮ ਆ ਚਲੋ ਕਿਉਂਕਿ ਜਿਮ ਲਈ ਇੱਕ ਜਗ੍ਹਾ ਕਿਸੇ ਜਗ੍ਹਾ ਦੇ ਉੱਤੇ ਕਮਰਸ਼ੀਅਲ ਜਗ੍ਹਾ ਦੇ ਉੱਤੇ ਜਿਮ ਦੀ ਜਗ੍ਹਾ ਲੈਣੀ ਉਹ ਵਾਕਈ ਬਹੁਤ ਕਾਸਟਲੀ ਹੈ। ਲੇਕਿਨ ਸਾਡੇ ਪਿੰਡਾਂ ਦੇ ਵਿੱਚ ਜਿਹੜੇ NRI ਮੇਰੇ ਵੀਰ ਦੇਖ ਰਹੇ ਆ ਪ੍ਰੋਗਰਾਮ ਉਹਨਾਂ ਨੂੰ ਇੰਨਾ ਕੁ ਜ਼ਰੂਰ ਧਿਆਨ ਦੇਣਾ ਚਾਹੀਦਾ ਬੱਚਿਆਂ ਵੱਲ ਉਹਨਾਂ ਦੀ ਸੋਚ ਵੱਲ ਕਿਉਂਕਿ ਜਿੱਦਾਂ ਸਾਡੀ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਨਸ਼ਿਆਂ ਦੇ ਵਿੱਚ ਜਾ ਰਹੀ ਆ ਉਹਦਾ ਕਾਰਨ ਕੀ ਆ ਕਿ ਉਹਨਾਂ ਨੂੰ ਆਪਣੇ ਆਪ ਨੂੰ ਐਕਸਪਲੋਰ ਕਰਨ ਦਾ ਮੌਕਾ ਨਹੀਂ ਮਿਲਦਾ। ਸੱਚੀ ਗੱਲ ਹੈ। ਹਾਂ ਉਹ ਕੀ ਕਰਦੇ ਆ ਕਿ ਫ੍ਰੀ ਹੋ ਕੇ ਉਹ 4-5 ਮੁੰਡੇ ਜਦੋਂ ਇਕੱਠੇ ਹੁੰਦੇ ਆ ਉਹ ਜਿੱਦਾਂ ਕਹਿੰਦੇ ਆ ਨਾ ਵੀ ਹਾਂ ਵੀ ਇੱਕ ਫਰੂਟ ਦੀ ਟੋਕਰੀ ਦੇ ਵਿੱਚ ਆਪਾਂ ਇੱਕ ਗੰਦਾ ਸੇਬ ਜਿਹੜਾ ਵਾ ਉਹ ਬਾਕੀਆਂ ਨੂੰ ਵੀ ਗੰਦਾ ਕਰ ਦਿੰਦਾ ਨਾ। ਉਹ ਉਹੀ ਚੀਜ਼ਾਂ ਤੁਹਾਨੂੰ ਦੱਸਿਆ ਮੈਂ ਕਹਾਵਤਾਂ ਤੇ ਵਿਸ਼ਵਾਸ ਕਰਦਾ। ਨਹੀਂ ਬਹੁਤ ਚੰਗੀ ਗੱਲ ਹੈ ਕਿ ਕਹਾਵਤਾਂ ਜੋ ਪੁਰਾਣੇ ਬਜ਼ੁਰਗਾਂ ਨੇ ਸਾਡੀਆਂ ਬਣਾਈਆਂ ਹੋਈਆਂ ਉਹਨਾਂ ਦਾ ਬੜਾ ਐਕਸਪੀਰੀਅੰਸ ਸੀ ਇਹਨਾਂ ਪਿੱਛੇ ਹੈ ਨਾ ਤਾਂ ਹੀ ਬਣੀਆਂ ਹੋਈਆਂ ਨੇ ਔਰ ਸੱਚੀ ਅਸੀਂ ਅੱਜ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਅਪਣਾਉਂਦੇ ਵੀ ਆ। ਹਾਂ ਬਿਲਕੁਲ ਅਪਣਾਉਣਾ ਚਾਹੀਦਾ ਵੀ ਹੈ। ਕੁਝ ਤੱਥ ਜਾਂ ਫੈਕਟ ਜਿਹੜੇ ਉਹ ਚੈੱਕ ਕਰ ਲੈਣੇ ਚਾਹੀਦੇ ਆ। ਸਹੀ ਹੈ। ਠੀਕ ਹੈ ਨਾ ਜਿੱਦਾਂ ਵੀ ਅੱਜ ਕੱਲ ਮੇਨ ਇਹ ਹੁੰਦਾ ਕਿ ਹਰ ਕੋਈ ਨਾ ਇੱਕ ਆਪਣੇ ਆਪ ਨੂੰ ਇੱਕ ਮੈਂ ਅੱਜ ਕੱਲ ਹੁਣ ਜਿਹੜੇ ਕਿਉਂਕਿ ਅਸੀਂ ਉਹ ਚੀਜ਼ਾਂ ਤੁਹਾਨੂੰ ਦੱਸਿਆ ਵੀ ਉਹ ਪੀੜ੍ਹੀ ਦੇਖੀ ਹੋਈ ਹੈ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਠੀਕ ਹੈ ਗੁਰੂਆਂ ਨੂੰ ਮੰਨਦੇ ਸੀਗੇ ਤੇ ਲੇਕਿਨ ਅੱਜ ਦੀ ਪੀੜ੍ਹੀ ਦੇ ਵਿੱਚ ਕੀ ਹੈਗਾ ਅੱਜ ਕੱਲ ਬੱਚੇ ਗੁਰਦੁਆਰੇ ਨਹੀਂ ਜਾਂਦੇ ਮੇਰੇ ਹਿਸਾਬ ਨਾਲ ਬਹੁਤ ਘੱਟ ਆ। ਠੀਕ ਹੈ ਨਾ ਪੇਰੈਂਟਸ ਦੀ ਵੀ ਨਹੀਂ ਸੁਣਦੇ। ਹਾਂ ਬਹੁਤ ਘੱਟ ਆ ਕੁਝ ਪਿੰਡਾਂ ਦੇ ਵਿੱਚ ਹੋ ਸਕਦਾ ਹਾਂ ਕਮੀਆਂ ਹੈਗੀਆਂ ਸਾਡੇ ਪਰਿਵਾਰਾਂ 'ਚ ਕਮੀਆਂ ਹੈਗੀਆਂ ਕੁਝ ਕਲਚਰ ਉਹੋ ਜਿਹਾ ਹੋ ਗਿਆ। ਅੱਛਾ ਹੁਣ ਡਿਪਾਰਟਮੈਂਟਲ ਸਟੋਰ ਤੋਂ ਆਪਾਂ ਬਾਹਰ ਆ ਗਏ ਤੇ ਫਿਰ ਉੱਥੇ ਭਲਵਾਨ ਸਾਹਿਬ ਨੇ ਕੀ ਕੀਤਾ ਫਿਰ ਅੱਗੇ ਜਿਹੜਾ ਕਿ 2019 ਦੇ 골ਡ ਮੈਡਲਿਸਟ ਤੁਸੀਂ ਬਣ ਗਏ? ਉਹਦੇ ਵਿੱਚ ਹੋਇਆ ਇਹ ਕਿ ਜਦੋਂ ਉਹ ਡਿਪਾਰਟਮੈਂਟਲ ਸਟੋਰ ਚੱਲਦਾ ਸੀ ਤੇ ਉਹ ਫਿਰ ਇੱਕ ਮੇਰੀ ਨਾ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਹੁੰਦਾ ਰਿਹਾ ਕਿ ਹਮੇਸ਼ਾ ਮੈਂ ਮੀਨਸ ਥੱਲਿਓਂ ਸ਼ੁਰੂ ਹੋ ਕੇ ਗਰਾਊਂਡ ਤੋਂ ਸ਼ੁਰੂ ਹੋ ਕੇ ਮੈਂ ਜਾਣਾ ਫਸਟ ਫਲੋਰ ਤੱਕ ਜਾਣਾ ਸੈਕੰਡ ਤੱਕ ਜਾਣਾ ਮੀਨਸ ਇੱਕ ਉਚਾਈ ਤੱਕ ਜਾਣਾ ਆਪਣੇ ਬਿਜ਼ਨਸ ਨੂੰ ਲੈ ਕੇ। ਲੇਕਿਨ ਕੁਝ ਕਹਿੰਦੇ ਵੀ ਕੋਈ ਤੁਹਾਡੀ ਕਿਸਮਤ ਦੇ ਸਿਤਾਰੇ ਵੀ ਹੁੰਦੇ ਆ ਕਿ ਉਹ ਫਿਰ ਮੈਂ ਜਦੋਂ ਡਿੱਗਦਾ ਨਾ ਫਿਰ ਮੈਂ ਉੱਪਰੋਂ ਸਿੱਧਾ ਥੱਲੇ ਆਉਣਾ। ਅੱਛਾ
ਮਤਲਬ ਟੌਪ ਗਰਾਊਂਡ ਤੇ, ਹਾਂ ਮੀਨਸ ਮੈਂ ਉਹ ਗਾਂ ਤੀਜੀ ਚੌਥੀ ਮੰਜ਼ਿਲ ਤੇ ਕਰ ਨਹੀਂ ਜਾਂਦਾ, ਤੀਜੀ ਕੁ ਮੰਜ਼ਿਲ ਤੋਂ ਫਿਰ ਮੈਂ ਸਿੱਧਾ ਥੱਲੇ ਆਉਣਾ। ਅੱਛਾ, ਜਿਹਨੂੰ ਉਹਦਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਮੈਂ ਨੀਚੇ ਆਉਣਾ ਫਿਰ ਮੈਂ ਇੱਕ ਨਵੇਂ ਸਿਰੇ ਤੋਂ ਆਪਣੀ ਸ਼ੁਰੂਆਤ ਕਰਦਾ, ਮੈਂ ਡੇਕੇ ਨਹੀਂ ਤੇ ਵੀ। ਕਦੇ ਇਦਾਂ ਨਹੀਂ ਹੁੰਦਾ ਬਲਜੀਤ ਜੀ, ਅਸੀਂ ਵੀ ਮਤਲਬ ਅਕਸਰ ਹੀ ਅੱਜ ਕੱਲ ਦੇ ਬੱਚੇ ਜਾਂ ਅਸੀਂ ਆਪਣੀਆਂ ਗੱਲਾਂ ਕਰਦੇ ਹੈਗੇ ਆ, ਅਸੀਂ ਘਰਾਂ 'ਚ ਵੀ ਦੇਖਦੇ ਆ, ਅਸੀਂ ਨਿੱਕੀ ਜਿਹੀ ਕੋਈ ਮਾੜੀ ਜਿਹੀ ਸਾਡੇ ਨਾਲ ਹੈ ਨਾ ਕੋਈ ਗਲਤ ਹੋ ਜਾਵੇ ਜਾਂ ਅਸੀਂ ਕੋਈ ਚੀਜ਼ ਨੂੰ ਪਾਉਣਾ ਚਾਹੁੰਦੇ ਸੀ, ਸਾਨੂੰ ਨਹੀਂ ਮਿਲਿਆ ਉਹ, ਅਸੀਂ ਬੜੀ ਛੇਤੀ ਟੁੱਟ ਜਾਂਦੇ ਆ, ਬਿਖਰ ਜਾਂਦੇ ਆ, ਅਸੀਂ ਸੋਚਦੇ ਆ ਜ਼ਿੰਦਗੀ ਬਸ ਸਟਾਪ ਹੋ ਗਈ, ਖਤਮ। ਅਸੀਂ ਆਪਣੇ ਆਪ ਨੂੰ ਮੈਂਟਲੀ ਜਿਹੜਾ ਹੈਗਾ ਆ ਉਹ ਬੈਲੈਂਸ ਨਹੀਂ ਕਰ ਪਾਉਂਦੇ, ਹੈ ਨਾ। ਤੇ ਉਸ ਸਮੇਂ ਤੁਸੀਂ ਕਿੱਦਾਂ ਬੈਲੈਂਸ ਕੀਤਾ ਆਪਣੇ ਆਪ ਨੂੰ, ਫੈਮਿਲੀ ਦਾ ਕੀ ਸਪੋਰਟ ਸੀਗਾ ਫਿਰ ਤਾਂ ਕਿ ਤੁਸੀਂ 2019 ਤੱਕ ਪਹੁੰਚੇ ਆ? ਹਾਂਜੀ, ਇਸ ਤਰ੍ਹਾਂ ਸੀ ਕਿ ਮੈਂ ਅੱਜ ਕੱਲ ਦੇ ਜਿਹੜੇ ਯੰਗ ਏਜ ਦੇ ਬੱਚੇ ਹੈਗੇ ਆ ਉਹਨਾਂ ਨੂੰ ਵੀ ਦੇਖੀਦਾ ਕਿ ਇੱਕ ਤਾਂ ਇਹਨਾਂ ਦੇ ਵਿੱਚ ਨਾ ਮੀਨਸ ਅੱਜ ਦੀ ਪੀੜ੍ਹੀ ਦੇ ਵਿੱਚ ਕੁਝ ਵੀ ਪਾਉਣ ਦੀ ਇੱਛਾ ਬਹੁਤ ਜਲਦੀ ਹੈ ਵੀ ਸਾਨੂੰ ਇੱਕਦਮ ਹੀ ਸਭ ਕੁਝ ਮਿਲ ਜਾਵੇ। ਹੈ ਠੀਕ ਹੈ, ਮੀਨਸ ਉਹ ਸਟਰਗਲ ਨਹੀਂ ਕਰਨਾ ਚਾਹੁੰਦੇ, ਉਹ ਰਾਤੋਂ ਰਾਤ ਸਟਾਰ ਬਣਨਾ ਚਾਹੁੰਦੇ ਆ, ਉਹਨਾਂ ਨੂੰ ਕੁਝ ਇਹੋ ਜਿਹਾ ਚਾਹੁੰਦੇ ਵੀ ਹਾਂ ਵੀ ਸੋਸ਼ਲ ਮੀਡੀਆ ਤੇ ਸ਼ਾਨ ਦੇ ਲਈ, ਆਪਣੇ ਵਿਊਜ਼ ਵਧਾਉਣ ਦੇ ਲਈ ਵੀ ਕੁਝ ਇਹੋ ਜਿਹਾ ਕਰੀਏ ਕਿ ਅਸੀਂ ਰਾਤੋਂ ਰਾਤ ਸਟਾਰ ਬਣ ਜਾਈਏ। ਸਟਾਰ ਦੀ ਗੱਲ ਕੀਤੀ ਹੈ, ਜੇਕਰ ਸਟਾਰ ਬਣਨਾ ਚਾਹੁੰਦੇ ਹੋ ਤੇ ਮਹਿਕ ਦੇ ਸਟਾਰ ਬਣਨਾ ਚਾਹੁੰਦੇ ਹੋ, ਮਹਿਕ ਦੇ ਸਿਤਾਰੇ ਬਣਨਾ ਚਾਹੁੰਦੇ ਹੋ, ਫਿਰ ਦੇਖੋ ਇੰਨੀ ਵੱਡੀ ਜਿਹੜੀ ਹੈਗੀ ਉਹ ਘਾਲਣੀ ਪੈਂਦੀ ਹੈ, ਬਾਰ-ਬਾਰ ਡਿੱਗ ਕੇ ਉੱਠਣਾ ਪੈਂਦਾ ਹੈ। ਮੈਂ ਤਾਂ ਅਸਲ ਦੇ ਵਿੱਚ ਮਤਲਬ ਬੜੀ ਤੁਹਾਡੀ ਮੋਟੀਵੇਸ਼ਨਲ ਮੈਨੂੰ ਲੱਗ ਰਹੀ ਹੈ ਉਹ ਗੱਲਾਂ, ਔਰ ਉਮੀਦ ਹੈ ਕਿ ਸਾਰੇ ਲੋਕ ਜਿਹੜੇ ਦੇਖਦੇ ਹੋਣਗੇ ਉਹ ਕਿਤੇ ਨਾ ਕਿਤੇ ਤੁਹਾਡੇ ਤੋਂ ਬੜੀ ਚੰਗੀ ਤਰ੍ਹਾਂ ਨਾਲ, ਬੜੀ ਸੋਹਣੇ ਤਰੀਕੇ ਨਾਲ, ਸਹੀ ਤਰੀਕੇ ਦੇ ਨਾਲ ਆਪਣੇ ਰਾਹ ਨੂੰ ਵੀ ਬਣਾਉਣਗੇ। ਬਿਲਕੁਲ, ਹਾਂਜੀ, ਇਹੀ ਦੱਸ ਰਿਹਾ ਸੀ ਕਿ ਹਮੇਸ਼ਾ ਜਿਹੜਾ ਆਪਾਂ ਗੱਲ ਕਰਦੇ ਸੀ 2019 ਦੀ, ਉਹ ਜਦੋਂ ਮੈਂ ਜਿਮ ਜੁਆਇਨ ਕੀਤਾ ਇੱਥੇ, ਜਦੋਂ ਡਿਪਾਰਟਮੈਂਟਲ ਸਟੋਰ ਉਹੀ ਗੱਲ ਆ ਗਈ, ਮੈਨੂੰ ਬੰਦ ਕਰਨਾ ਪੈ ਗਿਆ। ਅੱਛਾ, ਉਹ ਬੰਦ ਕੀਤਾ। ਅੱਛਾ, ਘਾਟਾ ਪਿਆ ਸੀ ਕਿ ਹਾਂ, ਉਹੀ ਗੱਲ ਹੋ ਗਈ ਕਿਉਂਕਿ ਉਹ ਡਿਪਾਰਟਮੈਂਟਲ ਸਟੋਰ ਦੇ ਵਿੱਚ ਇਹ ਸੀ ਕਿ ਸਿਟਿੰਗ ਬਹੁਤ ਜ਼ਿਆਦਾ ਸੀ। ਠੀਕ ਹੈ ਨਾ, ਜਦੋਂ ਕੋਈ ਵੀ ਆਪਾਂ ਕਹਿ ਲਈਏ ਮਨਿਆਰੀ ਦੁਕਾਨ, ਕਰਿਆਨੇ ਦੁਕਾਨ, ਉਹ ਮੈਂ ਇੱਕ ਮਿਕਸਚਰ ਜਿਹਾ ਰੱਖਿਆ ਸੀ ਸਾਰਾ ਕੁਝ। ਅੱਛਾ, ਤੇ ਡਿਪਾਰਟਮੈਂਟਲ ਸਟੋਰ 'ਚ ਬੈਠ ਕੇ ਢਿੱਡ ਤਾਂ ਨਿਕਲ ਗਿਆ ਸੀ। ਹਾਂ, ਕੁਝ ਇਹੋ ਜਿਹਾ ਹੀ, ਕਿਉਂਕਿ ਮੈਂ ਨਾ ਆਪਣੇ ਐਕਚੁਅਲ ਦੇ ਵਿੱਚ, ਕਿਉਂਕਿ ਮੇਰੇ ਫਾਦਰ ਸਾਹਿਬ ਦਾ ਰੇਲਵੇ ਸੀਗੇ, ਹਾਂਜੀ, ਉਹਨਾਂ ਦੀ ਰਿਟਾਇਰਮੈਂਟ ਸੀ ਮੀਨਸ ਨੇੜੇ ਉਸ ਵੇਲੇ, ਜਦੋਂ ਮੈਂ ਡਿਪਾਰਟਮੈਂਟਲ ਸਟੋਰ ਐਕਚੁਅਲ ਦੇ ਵਿੱਚ ਇਹ ਸੋਚ ਕੇ ਖੋਲਿਆ ਸੀ ਕਿ ਉਹਨਾਂ ਨੂੰ ਸਿਟਿੰਗ ਕਰਾਵਾਂਗਾ ਆਫਟਰ ਰਿਟਾਇਰਮੈਂਟ। ਅੱਛਾ, ਹਾਂ, ਤੇ ਮੈਂ ਆਪਣਾ ਨਾਲ ਕੰਮ ਕਰਦਾ ਰਹਾਂਗਾ ਕੋਈ ਨਾ ਕੋਈ ਨਾ, ਤੇ ਕਿਉਂਕਿ ਮੈਂ ਤਾਂ ਬੈਠਣ ਵਾਲਾ ਹੈ ਨਹੀਂ ਸੀਗਾ। ਤੇ ਫਿਰ ਬਾਪੂ ਜੀ ਨੇ ਨਹੀਂ ਇਹ ਸੋਚਿਆ ਸੀਗਾ, ਫਾਦਰ ਸਾਹਿਬ ਨੇ, ਕਿ ਮੁੰਡੇ ਨੂੰ ਰੇਲਵੇ 'ਚ ਭਰਤੀ ਕੀਤਾ ਜਾਵੇ, ਜਾਂ ਤੁਹਾਡਾ ਇੰਟਰਸਟ ਨਹੀਂ ਬਣਿਆ ਸੀ ਉੱਧਰ? ਮੇਰਾ ਐਕਚੁਅਲ ਦੇ ਵਿੱਚ ਗੱਲ ਵੀ ਉਹਦੀ ਵੀ ਇਹੀ ਗੱਲ ਹੋ ਗਈ ਕਿ ਤੁਹਾਨੂੰ ਦੱਸਿਆ ਕੁਝ ਗੱਲਾਂ ਤੇ ਮੈਂ ਬਹੁਤ ਵਿਸ਼ਵਾਸ ਕਰਦਾ ਨਾ। ਇੱਕ ਵਾਰੀ ਮੈਨੂੰ ਉਸ ਵੇਲੇ ਕਿਸੇ ਨੇ ਕਹਿਤਾ ਕਿ ਮੇਰੇ ਜਿਹੜੇ ਨਾ ਹੱਥ ਦੇਖਿਆ ਕਿਸੇ ਨੇ, ਅੱਛਾ, ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਵੀ ਕਾਕਾ ਤੂੰ ਨਾ ਵੀ ਕੋਈ ਕੰਮ ਇਹੋ ਜਿਹਾ ਨਹੀਂ ਕਰ ਸਕਦਾ, ਵੀ ਨੌਕਰੀ ਨਹੀਂ ਕਰ ਸਕਦਾ। ਅੱਛਾ, ਵੀ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ, ਹਨਾ, ਕਿਸੇ ਦੇ ਅੰਡਰ ਕੰਮ ਕਰਨਾ, ਆਪਣਾ ਹੀ ਬਿਜ਼ਨਸ ਹੋਏਗਾ। ਹਾਂ, ਵੀ ਤੁਹਾਡਾ ਆਪਣਾ ਬਿਜ਼ਨਸ ਹੋਏਗਾ। ਉਹ ਗੱਲ ਇਹੋ ਜਿਹੀ ਦਿਮਾਗ 'ਚ ਬੈਠੀ ਕਿ ਮੈਂ ਕਦੇ ਸਰਕਾਰੀ ਨੌਕਰੀ ਬਾਰੇ ਸੋਚਿਆ ਹੀ ਨਹੀਂ। ਅੱਛਾ, ਆਪਾਂ ਨੌਕਰ ਬਣਨਾ ਹੀ ਨਹੀਂ, ਨੌਕਰ ਬਣਨਾ ਆਪਾਂ ਬਣਾਉਣਾ ਆ। ਬਿਲਕੁਲ। ਕਿਸੇ ਨੇ ਮੈਨੂੰ ਕਿਹਾ ਸੀ ਕਿ ਵੀ ਤੁਸੀਂ ਕਿਸੇ ਦੇ ਅੰਡਰ ਨਹੀਂ ਕੰਮ ਕਰ ਸਕਦੇ। ਅੱਛਾ, ਤੇ ਮੈਂ ਉਹ ਗੱਲ ਬਸ ਵੀ ਪੱਲੇ ਬੰਨ ਲਈ। ਅੱਛਾ, ਮੈਂ ਕਦੇ ਕਿਸੇ ਜੌਬ ਵੱਲ ਟਰਾਈ ਨਹੀਂ ਕੀਤਾ। ਤੇ ਕਦੇ ਇਦਾਂ ਨਹੀਂ ਲੱਗਿਆ ਲਾਈ ਲੱਗ ਬਹੁਤ ਆ? ਨਹੀਂ, ਲਾਈ ਲੱਗ ਦਾ ਕਿਸੇ ਨੇ ਕਹਿਤਾ ਆਪਾਂ ਬਣਾ ਲਿਆ। ਨਹੀਂ, ਬਸ ਹਾਂ, ਉਸ ਵੇਲੇ ਕੁਝ ਏਜ ਇਹੋ ਜਿਹੀ ਹੁੰਦੀ ਹੈ, ਗੱਲ ਉਹੀ ਆ ਜਾਂਦੀ ਹੈ ਕਿ ਤੁਹਾਨੂੰ ਕੋਈ ਚੀਜ਼ ਲੱਗਦੀ ਹੈ ਨਾ ਕਿ ਤੁਹਾਡੇ ਲਈ ਬੋਲੀ ਗਈ ਹੈ, ਤੇ ਉਹ ਲੱਗਦਾ ਕਿ ਹਾਂਜੀ ਉਹ ਤੇ ਇੰਪਲੀਮੈਂਟ ਕਰਨਾ ਚਾਹੀਦਾ। ਤੇ ਸਹੀ ਆ, ਨੌਕਰ ਨਹੀਂ ਬਣੇ, ਨੌਕਰ ਰੱਖਦੇ ਆਪਾਂ। ਉਹ ਕੁਦਰਤ ਵੱਲੋਂ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਨੂੰ ਇੱਥੇ ਜਿਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਤੇ ਇਹ ਸਾਡੇ ਜਿਹੜੇ ਬੌਸ ਆ, ਸਾਡੇ ਵੱਡੇ ਭਾਜੀ ਬਲਵਿੰਦਰ ਸਿੰਘ ਬਸਰਾ ਜੀ, ਅੱਛਾ ਜੀ, ਉਹ ਕੈਲਗਰੀ ਦੇ ਵਿੱਚ ਨੇ। ਅੱਛਾ, ਤੇ ਉਹਨਾਂ ਨੇ ਮੈਨੂੰ ਐਜ਼ ਏ ਕੋਚ ਅਪਾਇੰਟ ਕੀਤਾ ਇੱਥੇ। ਠੀਕ ਹੈ, ਦੇਖਦੇ ਹੋਣਗੇ ਬਸਰਾ ਸਾਹਿਬ। ਹਾਂਜੀ, ਜ਼ਰੂਰ। ਤੇ ਉਹਨਾਂ ਨੇ ਜਦੋਂ ਕੋਚ ਅਪਾਇੰਟ ਕੀਤਾ ਤੇ ਮੇਰੇ ਲਈ ਇੱਕ ਤਰ੍ਹਾਂ ਦਾ ਨਾ ਮੀਨਸ ਉਹ ਇੱਕ ਲੱਕੀ ਡਰਾ ਸੀ ਬਈ ਮੈਨੂੰ, ਕਿਉਂਕਿ ਮੈਂ ਇੱਕ ਜਿਮ ਚਲਾਉਣਾ ਚਾਹੁੰਦਾ ਸੀਗਾ ਤੇ ਮੈਨੂੰ ਕੁਦਰਤ ਵੱਲੋਂ ਇੱਕ ਮੌਕਾ ਮਿਲ ਗਿਆ ਜਿਮ ਚਲਾਉਣ ਦਾ। ਤੇ ਉੱਥੇ ਕਿਉਂਕਿ ਮੈਨੂੰ ਜਿਮ ਦਾ ਖੁਦ ਸ਼ੌਂਕ ਸੀਗਾ, ਤੇ ਮੈਂ ਜਦੋਂ ਜਿਮ ਦੇ ਵਿੱਚ ਆਪਣੀ ਐਕਸਰਸਾਈਜ਼ ਲਗਾਉਣੀ ਸ਼ੁਰੂ ਕੀਤੀ ਹੋਰ ਜੋਸ਼ ਦੇ ਨਾਲ, ਤੇ ਉਹ ਕਰਦੇ ਕਰਦੇ ਮੈਨੂੰ ਇੱਕ ਸਾਡੇ ਭਾਜੀ ਸੀਗੇ, ਅਨੂ ਭਾਜੀ, ਹਾਂਜੀ, ਪਾਵਰ ਲਿਫਟਿੰਗ ਦੇ ਵਿੱਚ। ਅੱਛਾ ਜੀ, ਉਹ ਪ੍ਰੈਕਟਿਸ ਕਰਵਾਉਂਦੇ ਹੁੰਦੇ ਸੀ ਆਪਣੇ ਸਟੂਡੈਂਟਸ ਨੂੰ। ਅੱਛਾ, ਤੇ ਉਹਨਾਂ ਨੂੰ ਪ੍ਰੈਕਟਿਸ, ਜਦੋਂ ਪਾਵਰ ਲਿਫਟਿੰਗ ਮੇਰੀ ਗੇਮ ਨਹੀਂ ਸੀ ਉਸ ਤੋਂ ਪਹਿਲਾਂ, ਫਿਟਨੈਸ ਸੀ, ਜਸਟ ਫਿਟਨੈਸ ਲਈ ਐਕਸਰਸਾਈਜ਼ ਕਰਨੀ, ਟਾਈਮ ਹੀ ਉਹਨਾਂ ਕੋਲ ਹੁੰਦਾ ਸੀ। ਠੀਕ ਹੈ, ਤੇ ਮੈਂ ਉਹਨਾਂ ਵੱਲ ਦੇਖ ਕੇ ਮੀਨਸ ਪਾਵਰ ਲਿਫਟਿੰਗ ਦੀ ਗੇਮ ਬਾਰੇ ਨਾ ਐਕਸਰਸਾਈਜ਼ ਲਾਉਣੀ ਉਸ ਤਰੀਕੇ ਨਾਲ ਸ਼ੁਰੂ ਕਰਤੀ। ਅੱਛਾ,
ਠੀਕ ਹੈ। ਵੀ ਮਨ ਦੇ ਵਿੱਚ ਆ ਗਿਆ ਕਿ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਏਜ ਦੇ ਅਕੋਰਡਿੰਗ ਮੀਨ ਮਾਸਟਰ ਦੇ ਵਿੱਚ ਖੇਡ ਸਕਦੇ ਆ, ਕਿਉਂਕਿ ਮੇਰੀ ਏਜ ਉਸ ਵੇਲੇ 40 ਤੋਂ ਅਬਵ ਸੀ। ਅੱਛਾ। ਤੇ ਮੈਂ ਕਿਹਾ ਠੀਕ ਹੈ ਜੀ। ਹੁਣ ਕਿੰਨੇ ਦੇ ਆ? ਹੁਣ ਸੁਖਨਾ ਨੰਜਮਾ ਚੱਲਦਾ ਜੀ 49। ਅੱਛਾ ਠੀਕ ਹੈ। ਉਹ ਅਸੀਂ ਵੀ ਉਹ ਸਲਮਾਨ ਖਾਨ ਉਹਨਾਂ ਨੂੰ ਫੋਲੋ ਕਰਦੇ। ਮੈਨੂੰ ਤਾਂ ਲੱਗਾ ਸੀ 40 ਸਾਲਾਂ ਦੇ ਆ ਤੁਸੀਂ। ਨਹੀਂ ਬੜੇ ਫਿੱਟ ਹੋ। ਮੈਂ ਤਾਂ ਇਹ ਸੋਚਦਾ ਵੀ ਹਾਂਜੀ ਥੈਂਕ ਯੂ, ਵੀ ਇਹ ਸੋਚਦਾ ਕਿ 50 ਦੇ ਹੋਈਏ ਤੇ ਲੋਕਾਂ ਨੂੰ ਦੱਸੀਏ ਵੀ ਹਾਂਜੀ ਫਿਟਨੈਸ ਦੇ ਹਿਸਾਬ ਨਾਲ ਤੁਸੀਂ ਚੱਲੋਗੇ, ਚੰਗਾ ਖਾਓਗੇ, ਚੰਗਾ ਪੀਓਗੇ, ਉਹੀ ਚੀਜ਼ ਤੁਹਾਡੇ ਵਿੱਚ ਦਿਖਦੀ ਹੈ। ਬਸ ਤੁਹਾਨੂੰ ਦੱਸ ਰਿਹਾ ਸੀ ਕਿ ਜਦੋਂ ਮੈਂ 2019 ਦਾ ਸੋਚਿਆ ਨਹੀਂ ਸੀ ਕੁਝ ਵੀ, ਮੈਂ ਜਸਟ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਤੇ ਇੱਕ ਤਰ੍ਹਾਂ ਮੈਂ ਪਾਵਰ ਲਿਫਟਿੰਗ ਦੇ ਵਿੱਚ ਇਹ ਸੋਚਦਾ ਕਿ ਉਸ ਏਜ ਦੇ ਵਿੱਚ ਆ ਕੇ ਵੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਹਾਂਜੀ ਵੀ ਚਲੋ ਤੁਸੀਂ ਕੰਪੀਟੀਸ਼ਨ ਲੜੋ, ਤੁਸੀਂ ਸਕੁਐਟ ਤੁਹਾਡੀ ਵਧੀਆ, ਤੁਹਾਡੀ ਬੈਂਚ ਠੀਕ ਆ, ਡੈਡ ਲਿਫਟ ਕਰੋ। ਉਹਨਾਂ ਨੇ ਕਾਫੀ ਮੇਰੇ 'ਚ ਸੁਧਾਰ ਕੀਤੇ। ਜੀ। ਤੇ ਫਿਰ 2019 ਦੇ ਵਿੱਚ ਮੈਂ ਕੰਪੀਟੀਸ਼ਨ ਲੜਿਆ। ਅੱਛਾ। ਪੰਜਾਬ ਦੇ ਵਿੱਚ ਮਾਸਟਰ ਦੇ ਵਿੱਚ ਪਹੁੰਚ ਗਏ ਆਪਾਂ 19 ਤੇ। ਹਾਂਜੀ 19 ਤੇ ਹੁਣ ਪਹੁੰਚੇ ਆ ਗਏ। ਤੇ ਜਿਸ ਵੇਲੇ ਉਹ ਕੰਪੀਟੀਸ਼ਨ ਲੜਿਆ ਤੇ ਉਹਦੇ ਵਿੱਚ ਵੀ 골ਡ ਆ ਗਿਆ। ਤੇ ਜਿਹਦੀ ਮੈਂ ਇਹ ਨਹੀਂ ਸੋਚਿਆ ਸੀਗਾ ਕਿ ਇਸ ਤਰ੍ਹਾਂ ਹੋਏਗਾ, ਵੀ ਇਹ ਪਹਿਲਾ ਹੀ ਕੰਪੀਟੀਸ਼ਨ ਹੋਏਗਾ ਪਾਵਰ ਲਿਫਟਿੰਗ ਦਾ ਤੇ ਉਹਦੇ ਵਿੱਚ 골ਡ ਆਏਗਾ। ਅਸੀਂ ਉਦੋਂ ਤਾਂ ਵਧਾਈਆਂ ਨਹੀਂ ਦੇ ਸਕੇ, ਤੁਹਾਨੂੰ ਕੰਗ੍ਰੈਚੁਲੇਸ਼ਨ ਨਹੀਂ ਕਰ ਸਕੇ, ਹੁਣ ਤੁਹਾਨੂੰ ਕਰ ਦਿੰਦੇ ਹਾਂ ਹਾਰਟੀਐਸਟ ਕੰਗ੍ਰੈਚੁਲੇਸ਼ਨ। ਥੈਂਕ ਯੂ ਸਾਰਿਆਂ ਨੂੰ, ਥੈਂਕ ਯੂ। ਹਾਂਜੀ। ਤੇ ਬਸ ਵੀ ਉਹ ਦਿਨ ਇਹੋ ਜਿਹਾ ਸੀਗਾ ਕਿ ਘਰਦਿਆਂ ਨੂੰ ਵੀ ਮੇਰਾ ਖਿਆਲ ਵੀ ਜਦ ਮੇਰੇ ਵਿਆਹ ਵੇਲੇ ਚਾਅ ਸੀਗਾ। ਅੱਛਾ। ਮੈਨੂੰ ਨਹੀਂ ਪਤਾ ਸੀਗਾ ਵੀ ਉਹਨਾਂ ਨੂੰ ਇੰਨੀ ਖੁਸ਼ੀ। ਮੈਂ ਸਿਰਫ ਫੋਨ ਕੀਤਾ ਵੀ ਮੈਨੂੰ 골ਡ ਮਿਲਿਆ ਉਹਦੇ ਵਿੱਚ। ਕਿੱਥੇ ਮਿਲਿਆ ਸੀਗਾ? ਇਹ ਰਾਜਪੁਰੇ ਹੋਇਆ ਸੀਗਾ ਜੀ। ਅੱਛਾ ਜੀ। ਕਿੰਨੇ ਕੰਪੀਟੀਟਰਸ ਆਏ ਨੇ ਸੀ? ਕੰਪੀਟੀਟਰ ਆਲਮੋਸਟ ਪੰਜਾਬ ਤੋਂ ਸਾਰੇ ਸੀਗੇ। ਹਾਂਜੀ, ਪੰਜਾਬ ਡਿਸਟ੍ਰਿਕਟ ਤੋਂ ਸਾਰੇ ਸੀਗੇ, ਆਲਮੋਸਟ ਪੰਜਾਬ ਦੇ ਸੀ। ਸਟੇਟ ਲੈਵਲ ਦੇ ਵਿੱਚ? ਹਾਂਜੀ, ਸਟੇਟ ਲੈਵਲ ਦਾ ਕੰਪੀਟੀਸ਼ਨ ਸੀ ਉਹ। ਠੀਕ ਹੈ। ਤੇ ਮੈਂ ਤੁਹਾਨੂੰ ਦੱਸਿਆ ਕਿ ਹੁਣ ਜਸਟ ਉਹਨੂੰ ਐਜ਼ ਏ ਸ਼ੌਂਕ ਦੇ ਤੌਰ ਦੇ ਉੱਤੇ ਨਾ, ਸ਼ੌਂਕ ਦੇ ਵਿੱਚ ਆਪਾਂ ਕੰਪੀਟੀਸ਼ਨ ਲੜਨ ਚਲੇ ਗਏ ਹੈ ਨਾ, ਤੇ ਕੰਪੀਟੀਸ਼ਨ ਦੇ ਵਿੱਚ ਇੰਨਾ ਮਤਲਬ ਇੱਕ ਨਾਮ ਆ ਗਿਆ ਹੈ ਨਾ। ਅੱਛਾ, ਫਿਰ ਜਦੋਂ ਘਰ ਆਏ ਫਿਰ ਕਿੱਦਾਂ ਦਾ ਮਾਹੌਲ ਸੀ ਘਰੇ? ਜਦੋਂ ਮੈਂ ਫੋਨ ਕਰਤਾ ਸੀਗਾ ਵੀ 골ਡ ਹੈ, ਮੈਂ ਉਹਨੂੰ ਕੋਈ ਜ਼ਿਆਦਾ ਨਹੀਂ ਲਿਆ ਵੀ ਹਾਂ ਵੀ 골ਡ ਹੈ, ਵੀ ਪਤਾ ਨਹੀਂ ਮੈਂ ਕੀ ਕਰ ਲਿਆ ਨਾ। ਮੈਂ ਜਸਟ ਦੱਸਿਆ ਉਹਨਾਂ ਨੂੰ। ਅੱਛਾ, ਉਹਨਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੋਈ ਕਿ ਜਦੋਂ ਆਏ ਉਹਨਾਂ ਨੇ ਗਲੀ ਦੇ ਵਿੱਚ ਸਾਰੇ ਗਲੀ ਦੇ ਆਲੇ ਦੁਆਲੇ ਖੜੇ ਹੋਏ ਤੇ ਲੱਡੂ ਲੈ ਕੇ। ਮੈਂ ਸੋਚਿਆ ਵੀ ਮੈਂ ਕੁਝ ਇਹੋ ਜਿਹਾ ਕੀ ਕਰੇ ਵੀ ਮੈਂ ਤਾਂ ਇੱਕ ਨਾਰਮਲ ਗੇਮ ਕਰਨ ਗਿਆ ਸੀਗਾ ਤੇ ਨਾਰਮਲ ਗੇਮ ਕਰਕੇ ਆ ਗਿਆ। ਠੀਕ ਆ ਵੀ ਚਲੋ ਇੱਕ ਮੈਡਲ ਆ ਗਿਆ ਨਾ। ਤੇ ਉਹਨਾਂ ਨੇ ਜੀ ਨੋਟਾਂ ਦੇ ਹਾਰ ਮੀਨਸ ਮੈਂ ਉਹੀ ਦੇਖ ਰਿਹਾ ਸੀਗਾ ਵੀ ਵਿਆਹ ਤੋਂ ਬਾਅਦ ਇਹ ਸੈਕੰਡ ਚਾਂਸ ਆ। ਜਦੋਂ ਨੋਟਾਂ ਦੇ ਹਾਰ ਗਲੇ 'ਚ, ਸੱਚੀ ਗੱਲ ਹੈ, ਬਹੁਤ ਵੱਡੀ ਉਪਲਬਧੀ ਹੁੰਦੀ ਹੈ ਤੁਹਾਡੀ ਉਦੋਂ ਨੋਟਾਂ ਦੇ ਹਾਰ ਗਲੇ 'ਚ ਪੈਂਦੇ ਨੇ ਨਾ। ਔਰ ਸੋਹਣਾ ਮਾਹੌਲ ਸਿਰਜਿਆ ਤੁਸੀਂ ਹੈ ਨਾ, ਆਪਣੇ ਆਪ 'ਚ ਇੱਕ ਬਹੁਤ ਵੱਡੀ ਅਚੀਵਮੈਂਟ ਆ ਹੈ ਨਾ। ਅੱਜ ਦੇ ਸਮੇਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਸਪੋਰਟਸ ਨੂੰ ਲੈ ਕੇ ਲੋਕ ਚੰਗਾ ਨਹੀਂ ਸਮਝਦੇ। ਮਾਂ-ਬਾਪ ਵੀ ਇਹੀ ਸੋਚਦੇ ਨੇ ਕਿ ਸਪੋਰਟਸ ਵਿੱਚ ਨਹੀਂ ਜਾਣਾ, ਬਹੁਤ ਸਮਾਂ ਖਰਾਬ ਹੋਏਗਾ, ਜੋ ਪੜ੍ਹਨਾ ਹੈ ਤੂੰ ਪੜ੍ਹ, ਇੰਜੀਨੀਅਰ ਬਣ, ਡਾਕਟਰ ਬਣ, ਇਹ ਬਣ ਹੈ ਨਾ। ਪਰ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋਕ ਜੱਦੋ ਜਹਿਦ ਦੇ ਵਿੱਚ ਲੱਗੇ ਹੋਏ ਨੇ ਕਿ ਅਸੀਂ ਸਪੋਰਟਸ ਨੂੰ ਹੋਰ ਜ਼ਿਆਦਾ ਅਪਲਿਫਟ ਕਰੀਏ। ਉਹ ਸਮਾਂ ਹੁੰਦਾ ਸੀ ਜਦੋਂ ਪੰਜਾਬ ਨੂੰ ਪਹਿਲਵਾਨਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੁੰਦਾ ਸੀ ਨਾ, ਡੀਕ ਲਾ ਕੇ ਪੀਪੇ ਪੀ ਜਾਂਦੇ ਹੁੰਦੇ ਸੀ ਦੇਸੀ ਘਿਓ ਦੇ ਹੈ ਨਾ। ਤੇ ਅੱਜ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਖੇਡਾਂ ਲੁਪਤ ਹੋ ਰਹੀਆਂ ਨੇ, ਕਿਤੇ ਨਾ ਕਿਤੇ ਮਤਲਬ ਕਹਿ ਸਕਦੇ ਹਾਂ ਆਪਾਂ ਕਿ ਮਰ ਰਹੀਆਂ ਨੇ, ਵਿਸਰ ਰਹੀਆਂ ਨੇ ਹੈ ਨਾ। ਪਰ ਫਿਰ ਵੀ ਬਹੁਤ ਸਾਰੇ ਤੁਹਾਡੇ ਵਰਗੇ ਨੇ ਜੋ ਇਹਨਾਂ ਨੂੰ ਬੱਚਿਆਂ ਨੂੰ ਹੋਰ ਵੀ ਅੱਗੇ ਲੈ ਕੇ ਜਾ ਰਹੇ ਨੇ, ਇੰਨੇ ਮੋਟੀਵੇਸ਼ਨ ਜਿਹੜੀਆਂ ਉਹਨਾਂ ਨੂੰ ਕਹਾਣੀਆਂ ਸੁਣਾ ਕੇ ਜਾਂ ਮੋਟੀਵੇਟ ਕਰਦੇ ਨੇ ਹੈ ਨਾ। ਸੋ ਜਦੋਂ ਅਸੀਂ ਦੇਖਦੇ ਹਾਂ ਘਰ ਪਰਿਵਾਰ ਦੇ ਵਿੱਚ ਹੈ ਨਾ, ਫੈਮਿਲੀ ਦੇ ਵਿੱਚ ਇਹਨਾਂ ਦਾ ਸਾਥ ਹੋਣਾ ਵੀ ਬਹੁਤ ਜ਼ਰੂਰੀ ਹੈ। ਦੇਖੋ ਐਡੀ ਦੂਰ ਮੋਗੇ ਤੋਂ ਆਣ ਕੇ ਫਿਰੋਜ਼ਪੁਰ ਹੈ ਨਾ, ਫਿਰ ਉਹ ਸਭ ਚੀਜ਼ਾਂ ਸਭ ਮੈਨੇਜ ਕਰਨੀਆਂ ਹੈ ਨਾ। ਤੇ ਉਹ ਕਿਤੇ ਨਾ ਕਿਤੇ ਤੁਹਾਡੇ ਆਪਣੇ ਮਾਂ-ਬਾਪ, ਤੁਹਾਡੀ ਆਪਣੀ ਜੀਵਨ ਸਾਥਣ ਹੈ ਨਾ, ਤੁਹਾਡੇ ਆਪ ਦੇ ਬੱਚੇ ਕੋਈ ਨਾ ਕੋਈ ਗੱਲ ਕਹਿੰਦੇ ਨੇ, ਪਿਆਰ ਦਿੰਦੇ ਨੇ, ਜਿਹੜੇ ਕਿ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਜਾਂਦੇ ਨੇ। ਫੈਮਿਲੀ 'ਚ ਕੌਣ-ਕੌਣ ਨੇ? ਫੈਮਿਲੀ 'ਚ ਮੇਰੇ ਮੰਮੀ ਡੈਡੀ ਨੇ ਜੀ, ਮੇਰੇ ਵਾਈਫ ਤੇ 3 ਬੇਟੀਆਂ ਮੇਰੀਆਂ। ਅੱਛਾ ਜੀ। ਹਾਂਜੀ, ਕੀ ਬਾਤ ਹੈ। ਵੱਡੀ ਬੇਟੀ ਹੋਟਲ ਮੈਨੇਜਮੈਂਟ ਕਰ ਰਹੀ ਹੈ। ਅੱਛਾ ਜੀ। ਇੱਕ 9th ਕਲਾਸ ਵਿੱਚ ਹੈ, ਇੱਕ ਹਲੇ 3rd ਕਲਾਸ ਵਿੱਚ ਹੈ। ਅੱਛਾ ਜੀ। ਬਸ ਸਭ ਤੋਂ ਜਿਹੜੀ ਮੇਨ 3rd ਕਲਾਸ ਵਾਲੀ ਜਿਹੜੀ ਸਭ ਤੋਂ ਛੋਟੀ ਹੈ, ਕਿਉਂਕਿ ਛੋਟਾ ਬੱਚਾ ਹਮੇਸ਼ਾ ਲਾਡਲਾ ਹੁੰਦਾ। ਹਾਂਜੀ। ਜਪਨੀਤ ਕਹਿੰਦੇ ਨੇ ਅਸੀਂ। ਅੱਛਾ ਜੀ। ਤੇ ਉਹ ਕਾਫੀ ਐਕਟਿਵ ਹੈ ਸਪੋਰਟਸ ਨੂੰ ਲੈ ਕੇ। ਅੱਛਾ। ਹਾਂ, ਉਹਨੂੰ ਆਪਣੇ ਨਾਲ ਲੈ ਕੇ ਜਾ ਰਹੇ ਹੋ ਨਾ? ਹਾਂਜੀ। ਮੈਂ ਕੋਸ਼ਿਸ਼ ਕਰ ਰਿਹਾ, ਬਾਕੀ ਚਲੋ ਹਰ ਬੱਚੇ ਦਾ ਆਪਣਾ ਹੁੰਦਾ ਨਾ, ਡ੍ਰੀਮ ਹੁੰਦਾ। ਹਾਂ, ਵੀ ਜਿੱਦਾਂ ਅੱਗੇ ਕਰਨਾ।
ਕਿਉਂਕਿ ਪੇਰੈਂਟਸ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਬੱਚੇ ਦਾ ਇੰਟਰਸਟ ਦੇਖਦੇ ਆ ਤੇ ਉਹਨੂੰ ਥੋੜਾ ਜਿਹਾ ਗਾਈਡ ਕਰਨਾ ਚਾਹੀਦਾ ਉਸ ਵੇਲੇ। ਅੱਛਾ, ਆਪਣੇ ਬੱਚਿਆਂ ਤੋਂ ਇਲਾਵਾ, ਆਪਣੀ ਜਪਨੀਤ ਤੋਂ ਇਲਾਵਾ ਹੋਰ ਕਿਸੇ ਨੂੰ ਕਿੰਨਾ ਕੁ ਮੋਟੀਵੇਟ ਕਰਦੇ ਹੋ? ਜੇਕਰ ਦੇਖਦੇ ਹੋ ਗਰਾਊਂਡ 'ਚ ਕੋਈ ਡੰਡ ਬੈਠਕਾਂ ਮਾਰਦਾ ਹੈ, ਕੋਈ ਛਪਾਟੇ ਲਾਉਂਦਾ ਹੈ, ਕੋਈ ਕੁਝ ਕਰਦਾ ਹੈ, ਤੁਹਾਨੂੰ ਦੇਖ ਕੇ ਖੁਸ਼ੀ ਹੁੰਦੀ ਹੈ? ਤੁਹਾਨੂੰ ਆਪਣਾ ਜਿਹੜਾ ਯੰਗ ਟਾਈਮ ਹੈ, ਹਾਲਾਂਕਿ ਤੁਸੀਂ ਹੁਣ ਵੀ ਯੰਗ ਹੋ, ਤੁਹਾਡਾ ਆਪਣਾ ਉਹ ਜਿਹੜਾ ਟਾਈਮ ਹੈ, ਜਦ ਤੁਹਾਨੂੰ ਯਾਦ ਆ ਜਾਂਦਾ ਤੇ ਉਹਨੂੰ ਫਿਰ ਫਟਾਫਟ ਜਾ ਕੇ ਕੀ ਹੱਲਾਸ਼ੇਰੀ ਦਿੰਦੇ ਹੋ, ਥਾਪੀ ਮਾਰਦੇ ਹੋ ਕਿ ਲੱਗਾ ਰਹੇ ਜਵਾਨਾ? ਹਾਂ ਬਿਲਕੁਲ, ਇਸ ਤਰ੍ਹਾਂ ਹੁੰਦਾ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਟਾਈਮ ਆ ਨਾ, ਵੈਸੇ ਕਿਉਂਕਿ ਉਹੀ ਗੱਲ ਹੈ, ਸੋਸ਼ਲ ਮੀਡੀਆ ਵਾਲਾ ਟਾਈਮ ਆ। ਸਾਡੇ ਟਾਈਮ ਦੇ ਉੱਤੇ ਜਦੋਂ ਸਾਨੂੰ ਸ਼ਾਬਾਸ਼ੀ ਦਿੱਤੀ ਜਾਂਦੀ ਸੀਗੀ ਤੇ ਅਸੀਂ ਉਸ ਕੋਚ ਦਾ ਜਾਂ ਉਸ ਟੀਚਰ ਦਾ ਬਹੁਤ ਸਤਿਕਾਰ ਕਰਦੇ ਸੀ ਨਾ। ਹੁਣ ਅੱਜ ਕੱਲ੍ਹ ਕੀ ਹੈ ਕਿ ਜਿੱਦਾਂ YouTube ਦਾ ਟਾਈਮ ਹੈ, Google ਦਾ ਟਾਈਮ ਹੈ, ਉਹ ਬੱਚਿਆਂ ਨੂੰ ਹੁਣ ਨਾ ਵੈਸੇ ਉਹ ਸਤਿਕਾਰ ਨਹੀਂ ਰਹਿ ਗਿਆ ਕੋਚਿਸ ਦਾ ਵੀ। ਹਾਂ ਬਿਲਕੁਲ, ਜੇ ਅਸੀਂ ਕਿਸੇ ਨੂੰ ਦੱਸਣ ਦੀ ਵੀ ਕੋਸ਼ਿਸ਼ ਕਰਦੇ ਆ ਨਾ ਤੇ ਉਹਨਾਂ ਨੂੰ ਲੱਗਦਾ ਨਹੀਂ ਜੀ ਅਸੀਂ ਉਹਨੂੰ ਫੋਲੋ ਕਰਦੇ ਆ, ਉਹ ਫਿਟਨੈਸ ਗੁਰੂ ਨੂੰ ਫੋਲੋ ਕਰਦੇ ਆ। ਇੱਦਾਂ ਮੀਨਸ ਜਿਹੜੇ ਸਾਨੂੰ ਇਹ ਹੁੰਦਾ ਕਿ ਸਾਨੂੰ ਕੋਈ ਪੁੱਛੇ ਤੇ ਅਸੀਂ ਕਿਸੇ ਨੂੰ ਦੱਸੀਏ। ਅੱਛਾ, ਕਈ ਵਾਰੀ ਅੱਜ ਕੱਲ੍ਹ ਟੈਕਨੀਕਸ ਇਹੋ ਜਿਹੀਆਂ ਹੈਗੀਆਂ ਕਿ ਜੇ ਕੋਈ ਬੱਚਾ ਐਕਸਰਸਾਈਜ਼ ਲਾ ਰਿਹਾ ਨਾ ਤੇ ਮੀਨਸ ਉਹਨੂੰ ਦੱਸਣ ਦੀ ਵੀ ਕੋਸ਼ਿਸ਼ ਕਰੀਦੀ ਹੈ। ਕੁਝ ਬੱਚੇ ਆ ਵੀ ਉਹਨੂੰ ਅਡਾਪਟ ਕਰਦੇ ਆ ਵੀ ਹਾਂਜੀ ਸਰ ਵੀ ਬਹੁਤ ਵਧੀਆ ਦੱਸ ਰਹੇ ਆ ਤੁਸੀਂ, ਤੇ ਕੁਝ ਬੱਚੇ ਆ ਉਹ ਸਿਰਫ ਉਹ ਮੀਨਸ ਉਹਨਾਂ ਬੰਦਿਆਂ ਨੂੰ ਫੋਲੋ ਕਰਦੇ ਆ ਜਿਨ੍ਹਾਂ ਦਾ ਉਹਨਾਂ ਨੇ ਸਟਰਗਲ ਨਹੀਂ ਦੇਖਿਆ ਹੋਇਆ, ਉਹਨਾਂ ਦੀ ਬੈਕਗ੍ਰਾਉਂਡ ਨਹੀਂ ਦੇਖੀ ਹੋਈ, ਉਹਨਾਂ ਨੂੰ ਟੌਪ ਤੇ ਦੇਖਿਆ। ਸਹੀ ਹੈ ਹਨਾ। ਅੱਜ ਕੱਲ ਮੀਨਸ ਮੈਂ ਇਹੀ ਦੱਸਣਾ ਚਾਹੁੰਦਾ ਜਾਂ ਕਹਿਣਾ ਚਾਹੁੰਦਾ ਉਹਨਾਂ ਬੱਚਿਆਂ ਨੂੰ ਵੀ ਕਿ ਜਦੋਂ ਤੁਸੀਂ ਇੱਕ ਤੁਹਾਡਾ ਕੋਈ ਵੀ ਟੀਚਰ, ਤੁਹਾਡਾ ਇੰਸਟਰਕਟਰ, ਤੁਹਾਡਾ ਕੋਚ ਤੁਹਾਨੂੰ ਕੋਈ ਦੱਸਦਾ, ਉਹਦੇ ਕੋਲੋਂ ਮੀਨਸ ਉਹਦਾ ਐਕਸਪੀਰੀਅੰਸ ਲਓ, ਸੁਣੋ ਉਹਨੂੰ ਸੁਣੋ। ਉਹ ਹੋ ਸਕਦਾ ਕਿ ਉਹ ਤੁਹਾਡੇ ਭਲੇ ਲਈ ਹੀ, ਕਿਉਂਕਿ ਹਮੇਸ਼ਾ ਜਦੋਂ ਆਪਾਂ ਕਹਿੰਦੇ ਕਿ ਸਾਡੇ ਪੇਰੈਂਟਸ ਜਾਂ ਸਾਡੇ ਕੋਚ, ਸਾਡੇ ਟੀਚਰ ਸਾਡੀ ਭਲਾਈ ਲਈ ਹੀ ਸਾਨੂੰ ਦੱਸਦੇ ਆ। ਹਾਂਜੀ ਹਾਂਜੀ, ਤੇ ਇਹ ਚੀਜ਼ ਅੱਜ ਕੱਲ ਦੇ ਬੱਚਿਆਂ 'ਚ ਬਹੁਤ ਘੱਟ ਹੈ। ਸੱਚੀ ਗੱਲ ਹੈ। ਔਰ ਐਜ਼ ਏ ਕੋਚ, ਐਜ਼ ਏ ਜਿਮ ਟ੍ਰੇਨਰ ਬਹੁਤ ਸਾਰੇ ਚੈਲੰਜਸ ਵੀ ਆਉਂਦੇ ਨੇ, ਹੈ ਨਾ। ਔਰ ਅੱਜ ਕੱਲ੍ਹ ਅਸੀਂ ਇਹੀ ਕਹਿੰਦੇ ਕਿ ਫਿਟ ਹੋਣੇ ਚਾਹੀਦੇ ਹਾਂ ਅਸੀਂ। ਫਿਟਨੈਸ ਜਿਹੜੀ ਹੈਗੀ ਆ ਸਾਡੇ ਲਈ ਬਹੁਤ ਇੰਪੋਰਟੈਂਟ ਹੋ ਗਈ ਆ ਅੱਜ ਦੇ ਸਮੇਂ ਦੇ ਵਿੱਚ, ਹੈ ਨਾ। ਅੱਗੇ ਹੁੰਦਾ ਸੀਗਾ ਕਿ ਜਿਹੜਾ ਤਕੜਾ ਹੁੰਦਾ ਸੀਗਾ ਉਹਨੂੰ ਕਿਹਾ ਜਾਂਦਾ ਸੀ ਬੜਾ ਵਧੀਆ, ਤੇਰਾ ਸਰੀਰ ਬੜਾ ਸੋਹਣਾ ਹੈ, ਪਰ ਅੱਜ ਕੱਲ੍ਹ ਜਿਹੜਾ ਸਲਿਮ ਟ੍ਰਿਕ ਹੈਗਾ ਆ ਉਹਨੂੰ ਹੀ ਵਧੀਆ ਮੰਨਿਆ ਜਾਂਦਾ ਹੈਗਾ, ਹੈ ਨਾ। ਫਿਟਨੈਸ ਕਿੰਨੀ ਕੁ ਜ਼ਰੂਰਤ ਵਾਲੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਗਈ ਹੈ। ਔਰ ਦੂਸਰੀ ਚੀਜ਼ ਇਹ ਆ, ਅਸੀਂ ਰੋਜ਼ਾਨਾ ਜੇ ਅਸੀਂ ਜਿਮ ਨਾ ਵੀ ਜਾਈਏ ਫਿਰ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਫਿਟ ਰੱਖ ਸਕਦੇ? ਹਾਂਜੀ, ਫਿਟਨੈਸ ਮੀਨਸ ਫਿਟਨੈਸ ਦਾ ਮਤਲਬ ਹੀ ਇਹ ਹੈ ਕਿ ਫਿਟ ਰਹਿਣਾ। ਹੁਣ ਫਿਟ ਰਹਿਣ ਦੇ ਲਈ ਬਹੁਤ ਸਾਰੇ ਇਕਵਿਪਮੈਂਟਸ ਵੀ ਆ, ਬਹੁਤ ਸਾਰੇ ਜਿਮ ਵੀ ਆ, ਗਰਾਊਂਡਸ ਵੀ ਆ। ਮੈਂ ਜੋ ਆਪਣੇ ਲਾਈਫ ਦੇ ਵਿੱਚ, ਕਿਉਂਕਿ ਮੈਨੂੰ ਆਲਮੋਸਟ 30 ਸਾਲ ਹੋ ਗਏ ਆ ਇਸੀ ਲਾਈਨ ਦੇ ਵਿੱਚ, 30 ਸਾਲ ਤੋਂ ਮਤਲਬ ਰੈਗੂਲਰੀ ਮੈਂ ਕਈ ਵਾਰੀ ਇਹ ਸੋਚਦਾ ਹੁੰਦਾ ਕਿ ਜੇ ਮੈਂ 30 ਸਾਲ ਇਸ ਲਾਈਨ ਦੇ ਵਿੱਚ ਲਾਏ ਆ, ਚਾਹੇ ਮੈਂ 1 ਘੰਟਾ ਇਹਨੂੰ ਦਿੰਦਾ ਰਿਹਾ ਨਾ, ਤੇ ਵੀ ਜੇ ਮੈਂ ਹੋ ਸਕਦਾ ਕਿ ਰੱਬ ਦੀ ਭਗਤੀ ਕਰਦਾ ਕਿਤੇ ਕੋਈ ਬਾਬਾ ਬੂਬਾ ਬਣ ਕੇ ਬੈਠਾ ਹੋਣਾ ਸੀਗਾ। ਨਹੀਂ, ਤੁਸੀਂ ਹੁਣ ਵੀ ਬਹੁਤ ਵਧੀਆ ਹੋ। ਔਰ ਤੇ ਚਲੋ ਇਹ ਮਹਾਰਾਜ ਦੀ ਕਿਰਪਾ ਜੀ, ਕਾਬਿਲੇ ਤਾਰੀਫ। ਹਾਂ, ਮਤਲਬ ਕਿ ਇੱਕ ਕਿਉਂਕਿ ਹਮੇਸ਼ਾ ਤੁਹਾਡੀ ਜਿਹੜੀ ਮਿਹਨਤ ਆ ਉਹ ਕਿਤੇ ਨਾ ਕਿਤੇ ਉਹ ਪੇਬਲ ਆ, ਤੁਹਾਨੂੰ ਉਸ ਚੀਜ਼ ਦਾ ਮਤਲਬ ਕਿ ਹਾਂ ਰਿਵਾਰਡ ਮਿਲਦਾ ਹੀ ਆ। ਇਸ ਲਈ ਕੰਮ ਕਰਦੇ ਜਾਓ, ਸ਼ਾਰਟਕਟ ਨਾ ਦੇਖੋ ਵੀ ਹਾਂ ਵੀ ਅਸੀਂ ਰਾਤੋਂ ਰਾਤ ਅਮੀਰ ਬਣਨਾ, ਰਾਤੋਂ ਰਾਤ ਮਤਲਬ ਕਿ ਅਸੀਂ ਕੋਈ ਮਿਸਟਰ ਇੰਡੀਆ ਬਣ ਜਾਣਾ, ਕੁਛ ਇਹੋ ਜਿਹਾ ਨਹੀਂ ਹੈ। ਹਰ ਕੰਮ ਨੂੰ ਟਾਈਮ ਲੱਗਦਾ। ਚੰਗਾ ਖਾਣ ਪੀਣ ਸਭ ਤੋਂ ਮੇਨ ਚੀਜ਼ ਆ। ਠੀਕ ਹੈ, ਤੁਸੀਂ ਕੀ ਖਾਂਦੇ ਆ ਉਹੀ ਤੁਹਾਡੇ ਅੰਦਰ, ਤੁਹਾਡੀ ਬੋਡੀ ਵਿੱਚ ਉਹ ਦਿਖਦਾ। ਤੁਸੀਂ ਚੰਗਾ ਖਾਓਗੇ ਚੰਗਾ ਦਿਖੋਗੇ, ਤੇ ਜੇ 버ਗਰ ਵਗੈਰਾ ਖਾਓਗੇ ਤਾਂ ਆਸੇ-ਪਾਸੇ ਇੱਧਰ ਸਾਡੀ ਸਾਈਡਾਂ ਦੇ ਉੱਤੇ ਉਹ 버ਗਰ ਵਾਲੀ ਸ਼ੇਪ ਦੇ ਵਿੱਚ ਉਹ ਜਿਹੜੀ ਫੈਟ ਆ ਜਾਂਦੀ ਹੈ। ਅੱਛਾ, ਹਨਾ। ਤੇ ਸਾਨੂੰ ਤਾਂ ਪਾਣੀ ਵੀ ਲੱਗ ਜਾਂਦਾ ਹੈ ਕਿਉਂ? ਹਾਂ, ਇਹ ਸਾਰਾ ਮਤਲਬ ਕਿ ਇੱਕ ਫਰਕ ਹੁੰਦਾ ਵੀ ਤੁਹਾਡੇ ਮੈਟਾਬੋਲਿਜ਼ਮ ਦਾ ਵੀ ਕੀ ਤੁਸੀਂ ਹਾਂ ਉਹਦਾ ਸਲੋ, ਉਹਦਾ ਫਾਸਟ ਹੋਣਾ। ਕਿਉਂਕਿ ਕਈ ਵਾਰੀ ਹੁੰਦਾ ਕੀ ਹੈ ਕਿ ਅਸੀਂ ਹਮੇਸ਼ਾ ਸਟਰਗਲ ਜਿਹੜਾ ਨਾ ਹਰ ਬੰਦੇ ਦੀ ਲਾਈਫ 'ਚ ਨਾਲ ਚੱਲਦਾ। ਸਟ੍ਰੈਸ ਜਿਹੜਾ ਉਹ ਸਟਰਗਲ ਦੇ ਨਾਲ ਹੀ ਆਉਂਦਾ। ਉਹਨੂੰ ਤੁਸੀਂ ਕਿੰਨਾ ਪੋਜ਼ਿਟਿਵ ਲੈਂਦੇ ਆ, ਕਿੰਨਾ ਨੈਗੇਟਿਵ ਲੈਂਦੇ ਆ, ਇਹ ਤੁਹਾਡੇ ਉੱਤੇ ਆ। ਤੁਹਾਨੂੰ ਮੈਂ ਜਿੱਦਾਂ ਦੱਸਿਆ ਕਿ ਜੇ ਮੈਂ ਸਟਰਗਲ ਕੀਤਾ, ਮੈਂ ਉੱਪਰੋਂ ਥੱਲੇ ਡਿੱਗਦਾ ਰਿਹਾ, ਮੈਂ ਬਾਰ-ਬਾਰ ਉੱਠਦਾ ਰਿਹਾ, ਮੈਂ ਉਹਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ। ਕੀ ਕਰਦੇ ਹੋ? ਕਿਹੜਾ ਇਦਾਂ ਦਾ ਤੁਹਾਡੇ ਕੋਲ ਮੰਤਰ ਹੈ ਕਿ ਤੁਸੀਂ ਹਾਵੀ ਨਹੀਂ ਹੋਣ ਦਿੱਤਾ? ਵਿਲ ਪਾਵਰ ਸਟਰੋਂਗ ਹੋਣੀ ਚਾਹੀਦੀ ਤੁਹਾਡੀ। ਕਿੱਦਾਂ ਕਰ ਸਕਦੇ ਆ? ਹਾਊ ਟੂ ਡੂ? ਮੇਨ ਉਹੀ ਗੱਲ ਹੈ ਜਦੋਂ ਦੱਸਿਆ ਕਿ ਸ਼ੁਰੂ ਤੋਂ ਮੈਂ ਜਿਹੜਾ ਆਪਣਾ ਸਟ੍ਰੈਸ ਜਿਹੜਾ ਤੋੜਦਾ ਨਾ ਉਹ ਜਿਮ ਵਿੱਚ ਜਾ ਕੇ ਤੋੜਦਾ। ਅੱਛਾ, ਉੱਥੇ ਗੁੱਸਾ ਲਾ ਲੈਣਾ? ਹਾਂ ਬਿਲਕੁਲ।
ਮਤਲਬ ਕਿ ਜੇ ਮੇਰਾ ਸਟ੍ਰੈਸ ਲੈਵਲ ਮੈਨੂੰ ਜੇ ਕੋਈ ਜਿਮ ਨਹੀਂ ਜਾਂਦਾ ਉਹ ਕੀ ਕਰੇ? ਉਹ ਘੱਟੋ ਘੱਟ ਉਹਨੂੰ ਕੁਛ ਨਾ ਕੁਛ ਤਾਂ ਇਹੋ ਜਿਹਾ ਕਰਨਾ ਚਾਹੀਦਾ। ਮੈਂ ਜੋ ਕਿਸੇ ਤਰ੍ਹਾਂ ਦਾ ਉਹਦੇ ਸ਼ੌਂਕ ਹੈਗਾ, ਜ਼ਰੂਰੀ ਨਹੀਂ ਕਿ ਉਹਦੀ ਗੇਮ ਜਿਮ ਦੇ ਵਿੱਚ ਹੀ ਹੈ, ਬੋਡੀ ਬਿਲਡਰ ਬਣਨਾ ਜਾਂ ਫਿਟਨੈਸ ਦੇ ਵਿੱਚ ਹੀ ਰਹਿਣਾ। ਉਹਨੂੰ ਉਹ ਜੇ ਉਹ ਕੋਈ ਵਾਕ ਕਰ ਲਵੇ ਜਾਂ ਬੈਡਮਿੰਟਨ ਖੇਡ ਲਵੇ, ਕੋਈ ਵੀ ਉਹਦੀ ਕਿਸੇ ਤਰ੍ਹਾਂ ਦੀ ਵੀ ਗੇਮ ਆ, ਉਹ ਮਿਊਜ਼ਿਕ ਦੇ ਵਿੱਚ ਜਿਹਦੇ 'ਚ ਇੰਟਰਸਟ ਆ ਉਹਦੇ ਵਿੱਚ 100% ਦੇਣ ਦੀ ਕੋਸ਼ਿਸ਼ ਕਰੇ। ਕਿਉਂਕਿ ਜਦੋਂ ਤੁਸੀਂ ਕਿਸੇ ਗੱਲ ਵਿੱਚ, ਹੁਣ ਅਸੀਂ ਗੱਲਾਂ ਕਰਦੇ ਕਰਦੇ ਕਈ ਵਾਰੀ ਗੱਲ ਦੇ ਵਿੱਚ ਖੁੱਭ ਜਾਂਦੇ ਆ ਨਾ, ਅਸੀਂ ਕਈ ਵਾਰੀ ਉਸ ਮੋਟਿਵ ਕਿਹੜੀ ਗੱਲ ਕਰਦੇ ਕਿਤੇ ਪਹੁੰਚ ਜਾਂਦੇ ਆ। ਤੇ ਇਸੇ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਗੇਮ ਕਰਦੇ ਆ ਜਾਂ ਤੁਸੀਂ ਜਿਹੜੀ ਚੀਜ਼ ਨਾਲ ਜੁੜੇ ਹੋਏ ਆ, ਉਹ ਕਰਦੇ ਕਰਦੇ ਤੁਸੀਂ ਜਿਹੜਾ ਪਿਛਲਾ ਚੀਜ਼ ਆ, ਤੁਹਾਡੇ ਉੱਤੇ ਕੋਈ ਟੈਨਸ਼ਨ ਆ ਗਈ ਹੈ ਨਾ, ਤੁਸੀਂ ਰਾਤ ਨੂੰ ਸੁੱਤੇ ਨਹੀਂ ਸਾਰੀ ਰਾਤ ਵੀ ਹਾਂ ਵੀ ਸਵੇਰੇ ਕੀ ਕਰਨਾ, ਇਦਾਂ ਹੀ ਕਰਨਾ, ਮੇਰੇ ਨਾਲ ਆਹ ਹੋ ਗਿਆ, ਮੈਨੂੰ ਘਾਟਾ ਪੈ ਗਿਆ। ਤੁਸੀਂ ਜਦੋਂ ਆਪਣੇ ਕੰਮ ਦੇ ਵਿੱਚ ਚਲੇ ਗਏ ਤੇ ਤੁਸੀਂ ਉਹ ਪਿਛਲੀ ਚੀਜ਼ ਭੁੱਲ ਜਾਓਗੇ। ਹਾਂਜੀ, ਬਿਲਕੁਲ। ਤੁਹਾਨੂੰ ਕੋਈ ਬਿਜ਼ਨਸ ਘਾਟਾ ਪੈ ਗਿਆ ਜਾਂ ਤੁਹਾਡੇ ਕੋਈ ਫੈਮਿਲੀ ਦੇ ਵਿੱਚ ਕੁਝ ਉਹੋ ਜਿਹੀ ਪ੍ਰੋਬਲਮ ਆ ਗਈ, ਉਹਨੂੰ ਆਪਾਂ ਸੌਰਟ ਆਊਟ ਤਾਂ ਆਪਾਂ ਹੀ ਕਰਨਾ ਨਾ, ਕਿਸੇ ਨੇ ਤਾਂ ਕਰਨਾ ਨਹੀਂ ਬਾਹਰੋਂ ਆ ਕੇ। ਇਸ ਲਈ ਉਹਨੂੰ ਤੁਸੀਂ ਜੇ ਪ੍ਰੈਜ਼ੈਂਟ ਰਹਿ ਕੇ ਪੋਜ਼ਿਟਿਵ ਮਾਈਂਡ ਦੇ ਨਾਲ ਚੱਲੋਗੇ ਤੇ ਉਹ ਤੁਹਾਡੇ ਲਈ ਤੇ ਤੁਹਾਡੀ ਫੈਮਿਲੀ ਲਈ ਤੇ ਤੁਹਾਡੇ ਸਮਾਜ ਲਈ ਸਾਰਿਆਂ ਲਈ ਵਧੀਆ। ਬਹੁਤ ਕੁਝ ਤੁਸੀਂ ਸਿਖਾਇਆ ਸਾਨੂੰ, ਬਹੁਤ ਕੁਝ ਗੱਲਾਂ ਇੱਦਾਂ ਦੀਆਂ ਵੀ ਦੱਸ ਦਿੱਤੀਆਂ ਕਿ ਮੋਟੀਵੇਟ ਸਾਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ, ਆਪਣੇ ਆਪ ਦੀ ਇੱਕ ਵਿਲ ਪਾਵਰ ਨੂੰ ਕਿੱਦਾਂ ਸਟਰੋਂਗ ਕਰਨਾ ਚਾਹੀਦਾ। ਪਲੱਸ ਤੁਸੀਂ ਇਹ ਵੀ ਦੱਸ ਦਿੱਤਾ ਸਾਡੇ ਅੱਜ ਦੀ ਯੁਵਾ ਪੀੜ੍ਹੀ ਨੂੰ, ਅੱਜ ਦੇ ਯੰਗਸਟਰਸ ਨੂੰ, ਕਿ ਕਿਵੇਂ ਸਾਨੂੰ ਜਿਹੜਾ ਹੈ ਉਹ ਆਪਣੇ ਆਪ ਨੂੰ ਲੈ ਕੇ ਜਾਂ ਆਪਣੇ ਡ੍ਰੀਮਸ ਨੂੰ ਲੈ ਕੇ ਜਾਂ ਆਪਣੀ ਕੰਮ ਨੂੰ ਲੈ ਕੇ ਕਿੱਦਾਂ ਫੁੱਲਫਿਲ ਕਰਨਾ ਚਾਹੀਦਾ ਹੈ। ਸਮਾਂ ਬਿਲਕੁਲ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੀ ਗੱਲਬਾਤ ਨੂੰ ਹੋਰ ਅੱਗੇ ਵਧਾਈਏ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਖੂਬਸੂਰਤ ਜਾਣਕਾਰੀ, ਤੁਹਾਡੇ ਨਾਲ ਬਹੁਤ ਖੂਬਸੂਰਤ ਗੱਲਾਂ ਹੋਈਆਂ ਔਰ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਔਰ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ, ਸਾਡਾ ਪ੍ਰੋਗਰਾਮ ਵੇਖਿਆ। ਔਰ ਮਹਿਕਦੇ ਸਿਤਾਰੇ ਅਗਲੀ ਵਾਰ ਫਿਰ ਇੱਕ ਸਿਤਾਰੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਆਗਿਆ। ਖੁਸ਼ ਰਹੋ, ਖੁਸ਼ਹਾਲ ਰਹੋ, ਖਾਂਦੇ ਪੀਂਦੇ ਰਹੋ ਔਰ ਆਪਣਾ ਖਿਆਲ ਰੱਖੋ।